ਹੁਣ ਪਾਣੀ ਦੇ ਉੱਤੇ ਅੱਗ ਲੱਗ ਜਾਣੀ ਹੈ, ਉਹ ਦੇਖੋ ਹੁਣ ਧਮਾਕਾ ਹੋਏਗਾ। ਦੇਖੋ ਦੇਖੋ ਇਹ ਕੰਡੀਸ਼ਨਸ ਤੇ ਡਿਪੈਂਡ ਕਰਦਾ ਵੀ ਉਸ ਨੂੰ ਕਿੰਨੀ એનર્ਜੀ ਹੈ ਜਿਹੜੀ ਉਸ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਕਿੰਨੀ એનર્ਜੀ ਹੈ ਜਿਹੜੀ ਬਾਹਰ ਜਾ ਰਹੀ ਹੈ। ਜੇ ਇਹਨੂੰ ਧੁੱਪ 'ਚ ਕੀਤਾ ਉਹ ਤਾਂ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਅਸੀਂ ਉਸ ਦੇ ਨਾਲ, ਲੇਕਿਨ ਉਹ ਬਾਬੇ ਕੀ ਕਰਦੇ ਆ, ਬਾਬੇ ਕਰਦੇ ਆ ਕਿ ਇਸੇ ਟੁਕੜੇ ਨੂੰ ਨਾਰੀਅਲ ਦੇ ਵਿੱਚ ਲੁਕੋ ਕੇ ਰੱਖ ਦਿੰਦੇ ਆ, ਉਹ ਛੋਟਾ ਕਰਕੇ, ਤੇ ਉਹਦੇ ਤੇ ਜਦੋਂ ਪਾਣੀ ਛਿੜਕਦੇ ਆ ਤਾਂ ਅੱਗ ਲੱਗ ਜਾਂਦੀ ਹੈ ਤੇ ਨਾਰੀਅਲ ਦੇ ਵਿੱਚ ਵੱਜਿਆ ਹੋਣ ਕਰਕੇ ਤਾਂ ਪਟਾਕਾ ਨਹੀਂ ਪੈਂਦਾ। ਸੋ ਇਹ ਹੈ ਉਹਨਾਂ ਬਾਬਿਆਂ ਦਾ ਰਾਜ਼ ਜਿਹੜੇ ਤੁਹਾਡੇ ਘਰਾਂ 'ਚ ਆ ਕੇ ਕਹਿੰਦੇ ਆ ਜੀ ਵੇਖੋ ਤੁਹਾਡੇ ਘਰੇ ਅੱਗ ਲੱਗ ਰਹੀ ਹੈ, ਭੂਤ ਅੱਗ ਲਾ ਕੇ ਜਾ ਰਹੇ ਨੇ। ਇਹ ਇੱਕ ਮੇਰੀ ਵਿਦਿਆਰਥਣ 11ਵੀਂ ਜਮਾਤ 'ਚ ਪੜ੍ਹਦੀ ਹੈ ਤੇ ਜਦੋਂ ਮੈਂ ਉਹਨਾਂ ਨੂੰ ਅਸਾਈਨਮੈਂਟਸ ਦਿੰਦਾ ਤਾਂ ਬੜੇ ਸੋਹਣੇ ਸੋਹਣੇ ਪ੍ਰੋਜੈਕਟ ਲਿਆ ਕੇ ਦਿੰਦਾ, ਕਿਉਂਕਿ ਮੈਂ ਉਹਨਾਂ ਨੂੰ ਪ੍ਰੈਕਟੀਕਲੀ ਕਰਾਉਣਾ ਹਰ ਚੀਜ਼। ਤਾਂ ਇੱਕ ਵਿਦਿਆਰਥਣ ਹੈ ਜਿਹੜੀ ਉਹ ਇਹ ਚੀਜ਼ ਨੂੰ ਬਣਾ ਕੇ ਲਿਆਈ ਹੈ ਤੇ ਇਸ ਦੇ ਪਿੱਛੇ ਸਾਇੰਸ ਇੰਨੀ ਜ਼ਿਆਦਾ ਕਵਰ ਹੋ ਗਈ ਹੋਈ ਹੈ ਕਿ ਜਦੋਂ ਅਸੀਂ ਇਸ ਰੋਬੋਟ ਨੂੰ ਘੁਮਾਉਂਦੇ ਆ ਨਾ ਜੀ, ਤਾਂ ਕੀ ਅਸੀਂ ਘੁਮਾ ਰਹੇ ਹਾਂ? ਨਹੀਂ, ਇਹ ਆਪਣੇ ਆਪ ਹੀ ਘੁੰਮੇਗਾ, ਤੁਸੀਂ ਦੇਖੋ। ਅੱਛਾ, ਤੇ ਇਹ ਰੋਬੋਟ ਹੈ ਜਿਹੜਾ ਚੱਲਣ ਦਾ ਕੰਮ ਕਰ ਰਿਹਾ, ਘੁੰਮਣ ਦਾ ਕੰਮ ਕਰ ਰਿਹਾ। ਤੁਸੀਂ ਕਹੋ ਜੀ ਇਹ ਘੁੰਮਣਾ ਬੰਦ ਨਹੀਂ ਕਰ ਸਕਦਾ? ਬਿਲਕੁਲ ਕਰ ਸਕਦਾ। ਆ ਲਓ ਜੀ, ਇਹਦੀ ਇਹ ਜਿਹੜੀ ਬਾਂਹ ਸੀਗੀ ਅਸੀਂ ਕੱਢਤੀ, ਲਓ ਹੁਣ ਘੁਮਾ ਕੇ ਦਿਖਾਓ। ਇਸ ਚੈਲੰਜ ਨੂੰ, ਇਹ ਚੈਲੰਜ ਵੀ ਹੋ ਸਕਦਾ। ਆ ਦੇਖੋ ਮੋਟਰ ਚੱਲ ਰਹੀ ਹੈ, ਘੱਟ ਹੈ ਹੁਣ ਘੱਟ ਘੁੰਮਦਾ ਕਿਉਂਕਿ ਉਹਦੀ ਵਾਈਬ੍ਰੇਸ਼ਨ ਘੱਟ ਹੈ। ਵਾਈਬ੍ਰੇਸ਼ਨ ਉਨੀ ਹੋ ਹੈ, ਲੇਕਿਨ ਇਸ ਨੇ ਇਸ ਨੂੰ ਜਿਹੜੀ ਮੋਸ਼ਨ ਦਿੱਤੀ ਹੋਈ ਸੀਗੀ ਉਸ ਦੇ ਕਰਕੇ ਉਹ ਗੇੜੇ ਚ ਆ ਜਾਂਦਾ ਸੀ। ਗੇੜੇ ਚ ਆ ਰਿਹਾ ਸੀ। ਇੱਕ ਪਾਸੇ ਤੋਤਾ, ਇੱਕ ਪਾਸੇ ਪਿੰਜਰਾ, ਔਰ ਮੈਨੂੰ ਪਤਾ ਲੱਗਿਆ ਡਾਕਟਰ ਸਾਹਿਬ ਤੋਤੇ ਨੂੰ ਪਿੰਜਰੇ 'ਚ ਵਾੜ ਦਿੰਦੇ ਆ। ਡਾਕਟਰ ਸਾਹਿਬ ਇਹ ਵਾੜੋ ਕਿਵੇਂ ਵਾੜਦੇ ਹੋ? ਇਹ ਦੇਖੋ, ਇਹ ਮੈਂ ਪਹਿਲਾਂ ਤਾਂ ਇਹ ਦੱਸਾਂ ਵੀ ਇਹਦੇ 'ਚ ਮੈਂ ਨਹੀਂ ਕੁਝ ਕੀਤਾ ਹੈ, ਪਰ ਉਹ ਵਿਗਿਆਨੀਆਂ ਨੂੰ ਸਲਾਮ ਹੈ ਜਿਹੜੇ ਦੱਸ ਕੇ ਗਏ ਕਿ ਇਹਦੇ ਵਿੱਚ ਇਹ ਤੋਤਾ ਇੱਕ ਪਾਸੇ, ਪਿੰਜਰਾ ਇੱਕ ਪਾਸੇ, ਪਰ ਸਾਡੀ ਅੱਖ ਕਿਵੇਂ ਕਰਦੀ ਹੈ ਕੰਮ, ਉਹ ਸਮਝਾਇਆ ਗਿਆ ਇਸ ਪ੍ਰਯੋਗ ਦੇ ਨਾਲ ਵੀ ਅੱਖਾਂ ਕੰਮ ਕਿਵੇਂ ਕਰਦੀਆਂ। ਦੇਖੋ ਇਹ ਪਿੰਜਰਾ ਹੈ ਤੇ ਤੋਤਾ ਹੈ, ਪਰ ਤੁਹਾਨੂੰ ਇਹ ਜੇ ਮੈਂ ਆਹਿਸਤਾ ਆਹਿਸਤਾ ਜਿਹੜਾ ਰੋਟੇਟ ਕਰਦਾ ਤੁਹਾਨੂੰ ਲੱਗਦਾ ਵੀ ਤੋਤਾ ਜਿਹੜਾ ਹੈ ਉਹ ਪਿੰਜਰੇ ਤੋਂ ਬਾਹਰ ਹੈ, ਪਰ ਜੇ ਮੈਂ ਇਸ ਨੂੰ ਮੋਸ਼ਨ ਜ਼ਿਆਦਾ ਦੇ ਦਿੰਨਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਤੋਤਾ ਪਿੰਜਰੇ ਦੇ ਅੰਦਰ ਨਜ਼ਰ ਆ ਗਿਆ। ਤਾਂ ਹੁਣ ਉਹ ਜਿਹੜਾ ਤੋਤਾ ਪਿੰਜਰੇ ਦੇ ਵਿੱਚ ਦਿਸਦਾ ਤੁਹਾਨੂੰ, ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੀ ਜਿਹੜੀ ਅੱਖ ਹੈ, ਅੱਖ ਦੇ ਵਿੱਚ ਰੈਟਿਨਾ ਹੈ, ਰੈਟਿਨਾ ਦੇ ਉੱਤੇ ਜਿਹੜਾ ਇਮੇਜ ਬਣਦਾ ਹੈ ਤੇ ਉਹ ਰੈਟਿਨਾ ਦੇ ਉੱਤੇ ਜਿਹੜਾ ਇਮੇਜ ਬਣਦਾ ਹੈ ਉਹ 1/16 ਆਫ ਅ ਸੈਕਿੰਡ, 1/16ਵੇਂ ਹਿੱਸੇ ਤੱਕ, ਸਕਿੰਟ ਦੇ 1/16ਵੇਂ ਹਿੱਸੇ ਤੱਕ ਪਰਸਿਸਟ ਕਰਦਾ ਹੈ, ਇਹ ਰਹਿੰਦਾ ਉੱਥੇ। ਜੇ ਉਨੇ ਸਮੇਂ ਦੇ ਵਿੱਚ ਇੱਕ ਹੋਰ ਇਮੇਜ ਉਹਦੇ ਉੱਤੇ ਆ ਜੇ, ਓਵਰਲੈਪਿੰਗ ਹੋ ਜਾਂਦੀ ਹੈ, ਮਿਕਸਿੰਗ ਹੋ ਜਾਂਦੀ ਹੈ। ਦਿਸ ਇਜ਼ ਓਵਰਲੈਪ। ਸੋ ਤੋਤਾ ਪਿੰਜਰੇ ਦੇ ਅੰਦਰ ਮਹਿਸੂਸ ਹੁੰਦਾ ਪਰ ਹੈ ਨਹੀਂ ਹੈ ਕਿ ਇਸ ਟੋਏ ਦੇ ਵਿੱਚ ਤਾਂ ਕੋਈ ਜਿੰਦ ਜਾਨ ਹੀ ਨਹੀਂ ਹੈ, ਲੇਕਿਨ ਇਹ ਕੰਮ ਕਰਦਾ ਹੈ। ਹਾਂ, ਤੁਸੀਂ ਕਹੋ ਜੀ ਇਹਦੇ ਕਿਹੜਾ ਤੁਸੀਂ ਸਵਿਚ ਲਾਇਆ ਜਿੱਥੋਂ ਔਨ ਆਫ ਕਰੀ ਜਾਂਦੇ ਹੋ? ਨਾ ਨਾ ਨਾ, ਇਹ ਮੇਰਾ ਸਿਰਫ ਤੇ ਸਿਰਫ ਇੱਥੋਂ ਉਂਗਲੀ ਤੇ ਅੰਗੂਠੇ ਦਾ ਕਮਾਲ ਹੈ। ਮੈਂ ਉਂਗਲੀ ਦੇ ਅੰਗੂਠੇ ਨੂੰ ਘੁਮਾਉਣਾ, ਤੁਸੀਂ ਘੁਮਾ ਕੇ ਦੇਖੋ ਬੜਾ ਸਾ। ਵੈਸੇ ਸਾਡੇ ਜਿਹੜੇ ਲੀਡਰ ਹੈ ਨਾ ਉਹ ਵੀ ਉਂਗਲੀ ਤੇ ਘੁਮਾਉਂਦੇ ਆ ਸਾਨੂੰ। ਨਹੀਂ, ਉਹ ਨਹੀਂ ਘੁਮਾਉਂਦੇ, ਅਸੀਂ ਘੁੰਮਦੇ ਆ, ਮੈਨੂੰ ਲੱਗਦਾ। ਕਿਆ ਬਾਤ, ਅਸੀਂ ਵੀ ਇੰਝ ਹੀ ਘੁੰਮਦੇ ਆ ਸਾਡੇ ਲੀਡਰਾਂ ਕੋਲੇ, ਉਹ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਕਿੱਥੋਂ ਘੁਮਾਉਂਦੇ ਨੇ। ਕਿਆ ਬਾਤ, ਵਾਹ। ਇਹ ਕੀ ਹੈ ਫਾਰਮੂਲਾ ਜੀ? ਇਹਦੇ 'ਚ ਇਹ ਹੈ ਜੀ, ਦੇਖੋ ਸਾਡੇ ਸਰੀਰ ਦੇ ਵਿੱਚ ਜਿਹੜੀ એનર્ਜੀ ਹੈ ਨਾ, ਦੈਟ ਇਜ਼ ਕਾਲਡ ਮਸਕੂਲਰ એનર્ਜੀ। ਤਾਂ ਉਹ ਮਸਕੂਲਰ એનર્ਜੀ ਹੈ ਜਿਹੜੀ ਮੈਂ ਇਸ ਨੂੰ ਦਿੰਨਾ, ਆਪਣੇ ਮਸਲ ਦੀ એનર્ਜੀ ਇਸ ਨੂੰ ਦਿੰਨਾ, ਤੇ ਜਦੋਂ ਮਸਲ ਦੀ એનર્ਜੀ ਇਸ ਦੇ ਵਿੱਚ ਜਾਂਦੀ ਹੈ ਤਾਂ ਉਸ ਦੇ ਵਿੱਚ ਮੋਸ਼ਨ ਪੈਦਾ ਕਰ ਦਿੰਦੀ। ਦੇਖੋ ਇਹ ਹਲਕਾ, ਇਹ 25 ਗ੍ਰਾਮ ਹੈ, ਇਹ ਸਾਡੇ ਕੋਲ 50 150 ਗ੍ਰਾਮ ਹੈ। ਹੁਣ ਇਹ 150 ਗ੍ਰਾਮ ਹੈ ਤੇ 25 ਗ੍ਰਾਮ ਹੈ। ਹੁਣ 150 ਗ੍ਰਾਮ ਵਾਲੀ ਚੀਜ਼ 25 ਗ੍ਰਾਮ ਵਾਲੇ ਨੂੰ ਖਿੱਚ ਰਹੀ ਹੈ, ਥੱਲੇ ਲੈ ਜਾਂਦੀ ਜੇ ਮੈਂ ਆ ਰੁਕਿਆ ਨਾ ਹੁੰਦਾ। ਪਰ ਕਮਾਲ ਦੀ ਸਾਇੰਸ ਤਾਂ ਮੰਨਾਂਗੇ ਕਿ ਜੇ ਇਹ 25 ਗ੍ਰਾਮ ਵਾਲਾ ਇਹ 150 ਗ੍ਰਾਮ ਨੂੰ ਉੱਪਰ ਚੱਕ ਦੇ ਤਾਂ ਉਹ ਵਿਗਿਆਨ ਹੋਇਆ ਕਰਦਾ। ਥੋੜਾ ਜਿਹਾ ਤੁਸੀਂ ਪਿੱਛੇ ਹੋਵੋਗੇ ਤਾਂ ਕਿ ਇਸ ਨੂੰ ਮੈਂ ਦਿਖਾ ਸਕਾਂ। ਇਹ ਦੇਖੋ, ਉਹ ਕੀ ਬਾਤ। ਆ ਇੱਕ ਪਾਸਵਰਡ ਤਿਆਰ ਕੀਤਾ ਗਿਆ ਇੱਕ ਪਹਾੜੇ ਦਾ, 86420 86420। ਬਸ ਇਹ 8 ਦਾ ਪਹਾੜਾ ਹੈ। ਤੁਸੀਂ ਕਹੋ ਜੀ ਉਹ ਕਿਵੇਂ? ਬਸ ਅਸੀਂ ਇੱਥੇ 0 1 2 3 4 4 ਤੇ ਰੁਕ ਗਏ, 4 ਤੋਂ ਸ਼ੁਰੂ ਕਰ ਲਓ, 4 5 6 7 ਤੇ 8। ਲੋ ਜੀ 8 ਦਾ ਪਹਾੜਾ ਤਿਆਰ ਹੋ ਗਿਆ ਹੈ। ਬੱਚੇ ਨੂੰ ਰੱਟੇ ਲਗਾਉਣ ਦੀ ਲੋੜ ਨਹੀਂ ਹੈ ਹੁਣ। ਦੋਸਤੋ, ਅੱਜ ਦਸਤਕ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਗੱਲਾਂ ਬਾਤਾਂ ਨਹੀਂ ਸੁਣਾਉਣੀਆਂ, ਤੁਹਾਨੂੰ ਬਹੁਤੇ ਕਨਸੈਪਟ ਸੰਕਲਪ ਨਹੀਂ ਸੁਣਾਉਣੇ, ਲੇਕਿਨ ਤੁਹਾਨੂੰ ਅਸੀਂ ਅੱਜ ਇੱਕ ਨਵੀਂ ਚੀਜ਼ ਵਿਖਾ ਰਹੇ ਹਾਂ।
ਤੁਹਾਨੂੰ ਸਾਇੰਸ ਵਿਗਿਆਨ ਦੇ ਨਾਲ ਜੋੜ ਰਹੇ ਹਾਂ। ਔਰ ਸਾਡੇ ਕੋਲੇ ਨੇ ਡਾਕਟਰ ਜਸਵਿੰਦਰ ਸਿੰਘ ਜੋ ਕਿ ਫਿਜ਼ਿਕਸ ਦੇ ਲੈਕਚਰਰ ਨੇ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਪਟਿਆਲਾ ਵਿਖੇ। ਡਾਕਟਰ ਸਾਹਿਬ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਪਹਿਲਾਂ ਤੇ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਦੋਸਤੋ ਆਪਾਂ ਬਹੁਤ ਸਾਰੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਰਹਿੰਦੇ ਆ, ਲੇਕਿਨ ਉਹਨਾਂ ਸਾਰਿਆਂ ਦੇ ਪਿੱਛੇ ਕੋਈ ਨਾ ਕੋਈ ਸਾਇੰਟੀਫਿਕ ਕਾਰਨ ਹੁੰਦਾ ਹੈ। ਜਿਵੇਂ ਅਸੀਂ ਕਈ ਦੇਖਦੇ ਹਾਂ ਕਈ ਸਾਧ ਸੰਤ ਆਉਂਦੇ ਆ, ਉਹ ਰੰਗ ਬਦਲ ਦਿੰਦੇ ਆ, ਮਾੜਾ ਜਿਹਾ ਕੋਈ ਚੀਜ਼ ਬਲ ਕੇ ਐ ਪਾਣੀ ਦੇ ਵਿੱਚ ਕੋਈ ਚੀਜ਼ ਸੁੱਟਦੇ ਆ ਤੇ ਅੱਗ ਲੱਗ ਜਾਂਦੀ ਹੈ। ਸੋ ਤੁਹਾਨੂੰ ਉਹ ਵੀ ਵਿਖਾਵਾਂਗੇ, ਨਾਲ ਦੀ ਨਾਲ ਮੈਥ ਦੇ ਵਿੱਚ ਕਿਵੇਂ ਅਸੀਂ ਆਪਣੇ ਆਪ ਨੂੰ ਪਰਫੈਕਟ ਕਰਕੇ ਜ਼ਿੰਦਗੀ ਦੇ ਵਿੱਚ ਅਸੀਂ ਵਧੀਆ ਆਪਣੇ ਆਪ ਨੂੰ ਜ਼ਿੰਦਗੀ ਨੂੰ ਸਮਝਣ ਯੋਗ ਬਣਾ ਸਕਦੇ ਹਾਂ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਾਇੰਟੀਫਿਕ ਕਰਕੇ ਵਿਖਾਉਣਗੇ। ਡਾਕਟਰ ਜਸਵਿੰਦਰ ਪੱਲਿਓਂ ਪੈਸੇ ਖਰਚ ਕੇ ਆਪਣੀ ਕਾਰ ਦਾ ਪੈਟਰੋਲ ਖਰਚ ਕੇ ਲੋਕਾਂ ਤੱਕ ਜਾਂਦੇ ਨੇ। ਉਹਨਾਂ ਨੂੰ ਲੋਕਾਂ ਨੂੰ ਵਿਦਿਆਰਥੀਆਂ ਨੂੰ ਪਿੰਡਾਂ ਥਾਵਾਂ ਤੇ ਸਕੂਲਾਂ 'ਚ ਜਾ ਕੇ ਆਪਣੇ ਸ਼ੋਅ ਵਿਖਾਉਂਦੇ ਨੇ ਔਰ ਦੱਸਦੇ ਨੇ ਕਿ ਸਾਇੰਸ ਕੀ ਚੀਜ਼ ਹੈ, ਜ਼ਿੰਦਗੀ ਦੇ ਵਿੱਚ ਸਾਇੰਸ ਦਾ ਕੀ ਰੋਲ ਹੈ। ਡਾਕਟਰ ਸਾਹਿਬ ਨੂੰ ਪੰਜਾਬ ਗਵਰਨਮੈਂਟ ਵੱਲੋਂ ਸਟੇਟ ਅਵਾਰਡ ਮਿਲ ਚੁੱਕੇ ਹੋਏ ਆ ਐਜੂਸੇਟ ਦੇ, ਉਹ ਰਿਸੋਰਸ ਪਰਸਨ ਨੇ। ਸਾਡੇ ਭਾਰਤ ਦੇ ਰਾਸ਼ਟਰਪਤੀ ਵੱਲੋਂ 2 ਵਾਰ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੋਇਆ ਔਰ ਇਸ ਦੇ ਨਾਲ ਉਹ ਸੈਂਟਰ ਗਵਰਨਮੈਂਟ ਦੇ ਜਿਹੜਾ ਸਾਇੰਸ ਡਿਪਾਰਟਮੈਂਟ ਹੈ ਉਹਦੇ ਰਿਸੋਰਸ ਪਰਸਨ ਨੇ। ਸੋ ਬਹੁਤ ਸਾਰੇ ਸਨਮਾਨਾਂ ਦੇ ਨਾਲ ਸਨਮਾਨਿਤ ਨੇ, ਸਾਨੂੰ ਮਾਣ ਹੈ। ਸੋ ਮੈਂ ਬਹੁਤੀ ਦੇਰ ਤੁਹਾਡੇ ਦਰਮਿਆਨ ਤੇ ਉਹਨਾਂ ਦੀਆਂ ਜਿਹੜੀਆਂ ਇਵੈਂਟਸ ਨੇ ਉਹਨਾਂ ਦੇ ਦਰਮਿਆਨ ਨਾ ਰਹਿੰਦਾ ਹੋਇਆ ਮੈਂ ਮਾਈਕ ਤੇ ਕੈਮਰਾ ਡਾਕਟਰ ਸਾਹਿਬ ਨੂੰ ਦਿੰਦੇ ਹਾਂ। ਬਹੁਤ ਬਹੁਤ ਧੰਨਵਾਦ ਵੜੈਚ ਸਾਹਿਬ। ਸਰਦਾਰ ਅਮਰਜੀਤ ਸਿੰਘ ਵੜੈਚ ਸਾਡੇ ਪੁਰਾਣੇ ਸਮੇਂ ਤੋਂ ਪੱਤਰਕਾਰੀ ਦੇ ਵਿੱਚ ਇੱਕ ਵਿਸ਼ੇਸ਼ ਦਰਜਾ ਰੱਖਦੇ ਆ ਤੇ ਇਹਨਾਂ ਦਾ ਜਿਹੜਾ ਕਾਬਲੀਅਤ ਹੈ ਉਹ ਤੁਸੀਂ ਦੇਖਦੇ ਹੀ ਹੋ। ਤਾਂ ਉਹਨਾਂ ਨੇ ਗੱਲ ਕੀਤੀ ਹੈ ਕਿ ਵਿਗਿਆਨ ਜਿਹੜਾ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਗਣਿਤ ਦੇ ਨਾਲ ਜੁੜਿਆ ਹੋਇਆ ਔਰ ਜਿਹੜਾ ਗਣਿਤ ਹੈ ਉਸ ਨੂੰ ਸਮਝਣ ਦੇ ਲਈ ਸਮਾਜ ਦੇ ਵਿੱਚ ਇਹ ਫੈਲਿਆ ਹੋਇਆ ਹੈ ਕਿ ਬੜੀ ਔਖੀ ਗੱਲ ਹੈ ਜੀ, ਵਿਗਿਆਨ ਨੂੰ ਸਮਝਣਾ ਬੜੀ ਔਖੀ ਗੱਲ ਹੈ ਔਰ ਮੈਥਮੈਟਿਕਸ ਨੂੰ ਸਮਝਣਾ ਉਸ ਤੋਂ ਵੀ ਔਖੀ ਗੱਲ ਹੈ। ਪਰ ਇਸ ਨੂੰ ਸਹਿਜੇ ਹੀ ਆਪਾਂ ਨੇ ਸੌਖਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਯਤਨ ਕੀਤਾ ਵੜੈਚ ਸਾਹਿਬ ਕਿ ਮੈਥਮੈਟਿਕਸ ਹੈ ਕੀ। ਜੇ ਤਾਂ ਆਪਾਂ ਇਹ ਦੇਖੀਏ ਵੀ ਮੈਥਮੈਟਿਕਸ ਦੇ ਵਿੱਚ ਅਸੀਂ ਇੱਕ ਨੰਬਰ ਲਿਖ ਦਿੰਨੇ ਆ ਤੇ ਇੱਕ ਕਨਸੈਪਟ ਸਾਡੇ ਕੋਲ ਹੈਗਾ ਜ਼ੀਰੋ ਦਾ ਕਨਸੈਪਟ ਹੈ, ਇੱਕ ਦਾ ਕਨਸੈਪਟ ਹੈ। ਕਿਉਂਕਿ ਜਦੋਂ ਸਾਡੇ ਕੋਲ 1 ਤੋਂ ਲੈ ਕੇ 9 ਤੱਕ ਅੰਕ ਸੀਗੇ ਉਦੋਂ ਜ਼ੀਰੋ ਨਹੀਂ ਸੀ ਸਾਡੇ ਕੋਲ, ਜ਼ੀਰੋ ਸਾਡੇ ਕੋਲ ਬਾਅਦ ਦੇ ਵਿੱਚ ਆਇਆ। ਹੁਣ ਗੱਲ ਇਹ ਹੈ ਕਿ ਇਹ ਇੱਕ ਦੇ ਇਧਰਲੇ ਪਾਸੇ ਜ਼ੀਰੋਆਂ ਲਾਣੀਆਂ ਸ਼ੁਰੂ ਕਰੀਏ ਜਾਂ ਜ਼ੀਰੋਆਂ ਇਧਰੋਂ ਸ਼ੁਰੂ ਕਰਕੇ ਫੇਰ ਇੱਕ ਲਾਈਏ, ਕਿਹਦੀ ਇੰਪੋਰਟੈਂਸ ਵੱਧ ਹੈ। ਤਾਂ ਮੈਂ ਇਹ ਦੇਖਣਾ ਚਾਹੁੰਦਾ ਹੁੰਦਾ ਕਿ ਬੱਚੇ ਨੂੰ ਜਦੋਂ ਇਹ ਗਿਆਨ ਹੋ ਜਾਂਦਾ ਹੈ ਕਿ ਇੱਕ ਕਿਸੇ ਚੀਜ਼ ਦੀ ਫੇਸ ਵੈਲਿਊ ਹੋਇਆ ਕਰਦੀ ਹੈ ਤੇ ਇੱਕ ਉਸ ਦੀ ਪਲੇਸ ਵੈਲਿਊ ਹੋਇਆ ਕਰਦੀ ਹੈ, ਵੀ ਉਹ ਜਿਹੜੀ ਜਗ੍ਹਾ ਤੇ ਹੈ ਉਹ ਕਿਹੜੀ ਜਗ੍ਹਾ ਤੇ ਹੈ, 10ਵੀਂ ਜਗ੍ਹਾ ਤੇ ਹੈ, 100ਵੀਂ ਜਗ੍ਹਾ ਤੇ ਹੈ ਕਿ ਪਹਿਲੀ ਜਗ੍ਹਾ ਤੇ ਹੈ ਤਾਂ 1000ਵੀਂ ਜਗ੍ਹਾ ਤੇ ਹੈ। ਤਾਂ ਹੁਣ ਜਿਹੜੀ ਇਸ ਦੀ ਪਲੇਸ ਵੈਲਿਊ ਤੇ ਫੇਸ ਵੈਲਿਊ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਡੇ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਉਹਦੇ ਨਾਲ ਜੁੜੀ ਹੋਈ ਹੈ। ਕਿਸ ਤਰ੍ਹਾਂ ਜੁੜੀ ਹੋਈ ਹੈ? ਦੇਖੋ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵੀ ਅੰਮ੍ਰਿਤ ਵੇਲੇ ਆਪਾਂ ਨੇ ਕੀ ਕਰਨਾ ਹੈ ਕਿ ਪ੍ਰਭੂ ਦਾ ਨਾਮ ਜਪੋ ਜੀ। ਸਾਰੇ ਕਹਿੰਦੇ ਪ੍ਰਭੂ ਦਾ ਨਾਮ ਜਪੋ, ਤਾਂ ਉਹ ਪ੍ਰਭੂ ਦਾ ਨਾਮ ਕੀ ਹੈ? ਅਸੀਂ ਕਹਿੰਦੇ ਵੀ ਇੱਕ ਹੈ। ਹੁਣ ਜੇ ਅਸੀਂ ਇੱਕ ਲਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਸਾਰੇ ਕੰਮਾਂ ਨੂੰ ਸਾਡੇ ਅਧਿਆਤਮਕ ਪੱਖ ਵਜੋਂ ਜ਼ੀਰੋ ਹੀ ਮੰਨਿਆ ਜਾਂਦਾ। ਹੁਣ ਇੱਥੇ ਇਹ ਵੀ ਗੱਲ ਸਮਝਣ ਯੋਗ ਹੈ ਵੀ ਉਹਨਾਂ ਨੂੰ ਜ਼ੀਰੋ ਕਾਹਤੋਂ ਮੰਗਦੇ ਆ। ਜ਼ੀਰੋ ਮੰਨਣ ਦਾ ਮਤਲਬ ਕੀ ਹੈ? ਸਾਡੀ ਫਿਜ਼ਿਕਸ ਕਹਿੰਦੀ ਹੈ ਕਿ ਜਿੱਥੋਂ ਅਸੀਂ ਚੱਲੀਏ ਤੇ ਜੇ ਉੱਥੇ ਹੀ ਵਾਪਸ ਆ ਜਾਈਏ, ਮੰਨ ਲਓ ਇੱਥੋਂ ਚੱਲੇ ਸੀ ਤੇ ਇੱਥੇ ਹੀ ਵਾਪਸ ਆ ਗਏ, ਤਾਂ ਫਿਜ਼ਿਕਸ ਦੇ ਵਿੱਚ ਇਹ ਕਨਸੈਪਟ ਹੈ ਕਿ ਇੱਥੇ ਡਿਸਪਲੇਸਮੈਂਟ ਜ਼ੀਰੋ ਹੁੰਦੀ ਹੈ। ਤੇ ਜਦੋਂ ਡਿਸਪਲੇਸਮੈਂਟ ਜ਼ੀਰੋ ਹੁੰਦੀ ਹੈ ਤਾਂ ਵਰਕ ਡਨ ਜਿਹੜਾ ਫੋਰਸ ਇਨਟੂ ਡਿਸਪਲੇਸਮੈਂਟ ਬਣਿਆ, ਜਦੋਂ ਇਹ ਜ਼ੀਰੋ ਹੋ ਗਈ ਤਾਂ ਸਾਰਾ ਕੁਝ ਜ਼ੀਰੋ ਹੋ ਜਾਂਦਾ, ਤਾਂ ਕੀਤਾ ਗਿਆ ਕੰਮ ਬਰਾਬਰ ਜ਼ੀਰੋ ਹੋ ਜਾਇਆ ਕਰਦਾ ਸਾਡਾ। ਤਾਂ ਇਸ ਕਰਕੇ ਸਾਡੇ ਬਾਕੀ ਦੇ ਕੀਤੇ ਹੋਏ ਕੰਮਾਂ ਨੂੰ ਜ਼ੀਰੋ ਮੰਨਦੇ ਹੋਏ ਤੇ ਇਸ ਚੀਜ਼ ਨੂੰ ਜੇ ਸਵੇਰੇ ਅਸੀਂ ਏਕਾ ਲਾ ਲੈਂਦੇ ਤੇ ਪਿੱਛੇ ਜ਼ੀਰੋਆਂ ਲੱਗਣ ਲੱਗ ਜਾਂਦੀਆਂ, ਤਾਂ ਸ਼ਾਮ ਨੂੰ ਹਿਸਾਬ ਕਿਤਾਬ ਕਰਦੇ ਹਾਂ ਤਾਂ ਸਾਡੇ ਕੋਲ ਕਾਫੀ ਸਾਰਾ ਕੁਝ ਮਤਲਬ ਇਕੱਠਾ ਹੋ ਜਾਂਦਾ। ਪਰ ਜੇ ਅਸੀਂ ਸਵੇਰੇ ਹੀ WhatsApp, Facebook, Instagram ਜ਼ੀਰੋਆਂ ਨਾਲ ਕੰਮ ਸ਼ੁਰੂ ਕਰ ਲੈਂਦੇ ਹਾਂ ਤੇ ਸ਼ਾਮ ਨੂੰ ਸਾਨੂੰ ਚੇਤਾ ਆਉਂਦਾ ਵੀ ਯਾਰ ਥੋੜਾ ਬਹੁਤਾ ਤਾਂ ਵੱਡਿਆਂ ਦੇ ਕਹੇ ਮੁਤਾਬਕ ਰੱਬ ਦਾ ਨਾਮ ਲੈ ਲੈਣਾ ਚਾਹੀਦਾ ਸੀ, ਤੇ ਮਗਰ ਏਕਾ ਲੱਗਦਾ ਤਾਂ ਉਹਦੀ ਕੀਮਤ ਹੈ ਜਿਹੜੀ ਸਿਰਫ ਇੱਕ ਰਹਿੰਦੀ ਹੈ। ਤੇ ਕਿੱਥੇ ਇਹ 1000 ਸੀ ਤੇ ਕਿੱਥੇ ਇੱਕ ਹੈ। ਕੀ ਬਾਤ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਇਹਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਦੇ ਹਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਦਿਲਚਸਪੀ
ਇਹਦੇ ਵਿੱਚ ਆ ਜਾਂਦੀ ਹੈ। ਇਹ ਵਿਸ਼ਾ ਬੜਾ ਦਿਲਚਸਪ ਹੋ ਜਾਂਦਾ। ਹੁਣ ਜਿਹੜਾ ਦੇਖੋ ਮੈਥਮੈਟਿਕਸ ਹੈ, ਮੈਥਮੈਟਿਕਸ ਦੇ ਵਿੱਚ ਕੋਈ ਵੀ ਚੀਜ਼ ਨੂੰ ਦੇਖਣਾ, ਮੈਂ ਇੱਕ ਨੰਬਰ ਲਿਖਤਾ ਬੜਾ ਸਾਹਿਬ 4 3 7 8 9 2 1 5 6 8 ਤੋਂ ਬੜਾ ਵੱਡਾ ਨੰਬਰ ਹੈ। ਆਪਾਂ ਜੇ ਇਸ ਨੂੰ ਆਪਣੇ ਸਿਸਟਮ ਦੇ ਨਾਲ ਗਿਣਨਾ ਸ਼ੁਰੂ ਕਰੀਏ ਤਾਂ ਇੱਥੇ 2 2 ਦੇ ਬਾਅਦ ਕੌਮੇ ਲਾ ਦਿੰਦੇ ਹਾਂ। ਜੇ ਇੰਟਰਨੈਸ਼ਨਲੀ ਗਿਣਨਾ ਸ਼ੁਰੂ ਕਰੀਏ ਤਾਂ 3 3 ਦੇ ਬਾਅਦ ਅਸੀਂ ਲਾਣੇ ਸ਼ੁਰੂ ਕਰਦੇ ਹਾਂ। ਉਹ ਮਿਲੀਅਨ ਬਿਲੀਅਨ ਟ੍ਰਿਲੀਅਨ ਦਾ ਕਨਸੈਪਟ ਆ ਜਾਂਦਾ। ਲੇਕਿਨ ਕਮਾਲ ਦੀ ਗੱਲ ਇਹ ਹੁੰਦੀ ਹੈ ਜਦੋਂ ਇੱਕ ਛੋਟਾ ਜਿਹਾ ਬੱਚਾ ਆ ਕੇ ਇਹ ਦੱਸ ਦੇਵੇ ਵੀ ਸਰ ਇਹ ਨੰਬਰ 2 ਤੇ ਡਿਵਾਈਡ ਹੋ ਰਿਹਾ, ਬਗੈਰ ਡਿਵਾਈਡ ਕੀਤੇ ਹੋਏ ਦੱਸ ਦੇ ਵੀ 2 ਤੇ ਡਿਵਾਈਡ ਹੋਊਗਾ ਪੱਕਾ, ਤੁਸੀਂ ਕਰਕੇ ਦੇਖ ਲਓ। ਇਹਨੂੰ ਕਹਿੰਦੇ ਮੈਥਮੈਟਿਕਸ। ਤਾਂ ਉਹਦੇ ਲਈ ਸਾਡੇ ਕੋਲ ਟੈਸਟ ਹੁੰਦੇ ਆ। ਟੈਸਟ ਦੇ ਵਿੱਚ ਇਹ ਕਿਹਾ ਗਿਆ ਕਿ ਜੇ ਅਖੀਰਲਾ ਡਿਜਿਟ ਤੁਹਾਡਾ 2 ਤੇ ਡਿਵਾਈਡ ਹੁੰਦਾ ਤਾਂ ਸਾਰਾ ਨੰਬਰ 100% 2 ਤੇ ਡਿਵਾਈਡ ਹੋਊਗਾ। ਕੀ ਬਾਤ ਹੈ, ਕੀ ਬਾਤ ਹੈ। ਬਸ ਇੰਨਾ ਕੁ ਕਨਸੈਪਟ ਸੀ, ਇੱਕ ਇੰਨਾ ਕੁ ਕਨਸੈਪਟ ਸੀ। ਹੁਣ ਉਹ ਕਹਿੰਦੇ ਵੀ ਜੇ ਨੰਬਰ ਨੂੰ ਦੇਖਣਾ ਹੋਵੇ ਵੀ 2 ਤੇ ਤਾਂ ਡਿਵਾਈਡ ਹੋ ਗਿਆ, ਕੀ ਇਹ 3 ਤੇ ਡਿਵਾਈਡ ਹੁੰਦਾ? ਉਹਦੇ ਲਈ ਇੱਕ ਕਨਸੈਪਟ ਹੈ ਕਿ ਇਹਨਾਂ ਸਾਰਿਆਂ ਨੂੰ ਜੋੜ ਲਓ। 4 3 7 7 14 ਤੇ 8 22 ਤੇ 9 31 ਤੋਂ 33 ਤੇ 1 34 ਤੇ 5 39 ਤੇ 6 45 ਤੇ 8 53। ਹੁਣ ਜਿਹੜਾ 53 ਹੈ ਉਹ 3 ਨਾਲ ਡਿਵਾਈਡ ਨਹੀਂ ਹੋ ਰਿਹਾ, ਤਾਂ ਇਸ ਦਾ ਮਤਲਬ ਇਹ ਨੰਬਰ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ 3 ਨਾਲ ਡਿਵਾਈਡ ਨਹੀਂ ਹੋਊਗਾ। ਤਾਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਹੋਰ ਹੀ ਮਤਲਬ ਵੀ ਇੱਕ ਕਹਿ ਲਈਏ ਨਾ, ਆਪਾਂ ਸਮੁੰਦਰ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਬਹੁਤ ਕੁਝ ਦੇਖਣ ਨੂੰ ਮਿਲਦਾ, ਇੱਕ ਵੱਖਰੇ ਸੰਸਾਰ 'ਚ ਲੈ ਜਾਂਦੇ ਹਾਂ ਉਹਨਾਂ ਨੂੰ ਜੀ। ਉਹ ਇੰਨਾ ਸੌਖਾ ਸੀਗਾ ਇਸ ਨੂੰ ਲੱਭਣਾ। ਤਾਂ ਇਸ ਤੋਂ ਵੀ ਆਸਾਨ ਚੀਜ਼ਾਂ ਉਹਨਾਂ ਨੂੰ ਦੱਸਦੇ ਹੋਏ ਉਹਨਾਂ ਦੀ ਦਿਲਚਸਪੀ ਅਸੀਂ ਕਿਸ ਤਰ੍ਹਾਂ ਪੈਦਾ ਕਰ ਲੈਂਦੇ ਹਾਂ ਕਿ ਦੇਖੋ ਜੇ ਤੁਸੀਂ 11 ਨੂੰ 11 ਨਾਲ ਗੁਣਾ ਕਰਨੀ ਹੈ ਤਾਂ ਇਹ 121 ਆਊਗਾ। ਜੇ ਤੁਸੀਂ 111 ਨੂੰ 111 ਨਾਲ ਕਰਨੀ ਹੈ ਤਾਂ ਤੁਹਾਡਾ ਇਹ ਜਵਾਬ ਇਹ ਬਣ ਜੂਗਾ। ਕਹਿੰਦੇ ਕਮਾਲ ਹੈ ਸਰ, ਇੰਨੀ ਜਲਦੀ। ਮੈਂ ਕਿਹਾ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਇਹ ਦੇਖਣਾ ਵੀ ਏਕੇ ਕਿੰਨੇ ਹੈ। ਜੇ 2 ਏਕੇ ਹੈ 2 ਲਿਖ ਲਓ, 1 2 ਫਿਰ ਵਾਪਸ ਆ ਜਾਓ। ਜੇ 3 ਏਕੇ ਹੈ 1 2 3 ਫਿਰ ਵਾਪਸ ਆ ਜਾਓ। ਹੁਣ ਦੇਖੋ ਜੀ ਵੜਾ ਸਾਹਿਬ, ਜੇ 4 ਆਪਾਂ ਲਾ ਦਈਏ ਤਾਂ ਵਿਦਿਆਰਥੀ ਖੁਦ ਹੀ ਦੱਸਦਾ ਵੀ ਸਾਰੇ 4 ਲੈ 4 ਤੱਕ ਪਹੁੰਚ ਜਾਓ, 4 ਤੋਂ ਵਾਪਸ ਆ ਜਾਓ। ਇਹੀ ਇਸ ਦਾ ਜਵਾਬ ਹੈ। ਤਾਂ ਮੈਥਮੈਟਿਕਸ ਬੇਸਿਕ ਜਦੋਂ ਆ ਗਿਆ ਨਾ ਸਾਨੂੰ, ਦੇਖੋ ਹੁਣ ਇਹ ਕੰਧ ਬਣੀ ਹੋਈ ਹੈ ਸਾਡੇ ਕੋਲ, ਇੱਕ ਕੰਧ ਦੇ ਉੱਤੇ ਪਲਸਤਰ ਕਰਤਾ ਤੇ ਪਿੱਛੇ ਇੱਟਾਂ ਲੁਕੀਆਂ ਹੋਈਆਂ। ਇੱਕ ਆਮ ਵਿਅਕਤੀ ਕਿਵੇਂ ਦੱਸ ਸਕਦਾ ਵੀ ਇਹਦੇ 'ਚ ਕਿੰਨੀਆਂ ਇੱਟਾਂ ਲੱਗੀਆਂ, ਪਰ ਮੈਥਮੈਟਿਕਸ ਵਾਲਾ ਵਿਦਿਆਰਥੀ ਇਹ ਦੱਸ ਸਕਦਾ ਵੀ ਇਹਦੇ 'ਚ ਇੱਟਾਂ ਕਿੰਨੀਆਂ ਲੱਗੀਆਂ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਬੱਚਿਆਂ ਤੱਕ ਅਸੀਂ ਪਹੁੰਚਾਵਾਂਗੇ ਤਾਂ ਹੋ ਸਕਦਾ ਸਾਡੇ ਦਿਮਾਗ 'ਚ ਆਵੇ 11 ਨੂੰ 11 ਨਾਲ ਗੁਣਾ ਕਰਨਾ ਸੌਖਾ ਸੀ, 111 ਨੂੰ, ਪਰ ਜੇ ਅਸੀਂ ਕਹੀਏ ਵੀ 108 ਨੂੰ ਤੂੰ 104 ਨਾਲ ਕਰਕੇ ਦਿਖਾ ਬਈ, ਤਾਂ ਬੱਚਾ ਤਾਂ ਲੱਗ ਜਾਂਦਾ, ਸ਼ੁਰੂ ਹੋ ਜਾਂਦਾ ਵੀ 108, ਫਿਰ ਲਿਖਦਾ 104, ਫਿਰ ਲਿਖਦਾ 4 8 32, 4 1 4, ਫਿਰ 1 ਕਾਟੀ, ਫਿਰ 2 ਕਾਟੀਆਂ, ਫਿਰ ਜੋੜਦਾ। ਪਰ ਆਹ ਦੇਖਿਓ ਤੁਸੀਂ ਅੱਜ 1 1 1 ਲਿਖ ਲਓ, ਇਹਨਾਂ ਦੋਨਾਂ ਨੂੰ ਜੋੜ ਦਿਓ, 8 ਤੇ 4 12 ਤੇ 8 ਚੌਕੇ 32। ਲਓ ਜੀ ਜਵਾਬ ਆ ਗਿਆ। ਕੀ ਬਾਤ ਹੈ। ਅੱਛਾ ਇੰਨਾ ਸੌਖਾ ਮੈਥ ਹੈ, ਇਹ ਇੰਨਾ ਸੌਖਾ ਹੈ। ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਇਹ ਚੀਜ਼ਾਂ ਅਸੀਂ ਬੱਚਿਆਂ ਤੱਕ ਕਿਉਂ ਨਹੀਂ ਲੈ ਕੇ ਆ ਰਹੇ। ਇਹ ਬੇਸਿਕ ਕਨਸੈਪਟ ਉਹਨਾਂ ਨੂੰ ਸਿਖਾਏ ਜਾਣ, ਬਜਾਏ ਇਸ ਦੇ ਕਿ ਮੋਟੀਆਂ-ਮੋਟੀਆਂ ਕਿਤਾਬਾਂ ਦੇ ਕੇ ਉਹਨਾਂ ਨੂੰ ਡਰਾ ਦਿੱਤਾ ਜਾਵੇ। ਉਹਨਾਂ ਨੂੰ ਬੇਸਿਕ ਕਨਸੈਪਟ ਕਲੀਅਰ ਹੋਣਗੇ। ਮੈਂ ਕਹਿੰਦਾ ਜਿੰਨੇ ਮਰਜ਼ੀ ਮੋਟੀਆਂ ਕਿਤਾਬਾਂ ਦੇ ਦਿਓ, ਡਰਨਗੇ ਨਹੀਂ ਜੀ। ਇਹ ਡਰ ਦਾ ਕਾਰਨ ਇਹ ਹੈ ਕਿ ਬੇਸਿਕ ਕਨਸੈਪਟ ਨਹੀਂ ਕਲੀਅਰ ਬੱਚੇ ਨੂੰ। ਉਸ ਨੂੰ ਇਹ ਨਹੀਂ ਪਤਾ ਹੈ ਕਿ ਇਹ ਜਿਹੜਾ ਹੈਗਾ ਫਾਰਮੂਲਾ ਬਣਿਆ ਕਿੱਥੋਂ ਹੈ। ਹੁਣ ਅਸੀਂ ਇਹ ਫਾਰਮੂਲਾ ਜਿਹੜਾ ਰਟਾਤਾ ਹੋਇਆ ਬੱਚਿਆਂ ਨੂੰ ਵੀ a + b ਦਾ ਹੋਲ ਸਕੁਅਰ ਬਰਾਬਰ ਹੈ a² + 2ab + b²। ਪਰ ਨਾ ਤਾਂ ਬੱਚੇ ਨੇ ਕਦੇ ਪੁੱਛਿਆ ਤੇ ਨਾ ਹੀ ਅਧਿਆਪਕ ਕੋਲ ਸਮਾਂ ਵੀ ਮੈਂ ਦੱਸਦਾ ਵੀ ਬਣਿਆ ਕਿੱਥੋਂ ਹੈ। ਤੇ ਜੇ ਬਣਿਆ ਦੱਸਤਾ, ਦੁਨੀਆ ਜਹਾਨ ਦਾ ਜਿਹੜਾ ਮਰਜ਼ੀ ਫਾਰਮੂਲਾ ਬਣਾ ਸਕਦਾ ਬੱਚਾ। ਮੈਨੂੰ ਵੀ ਨਹੀਂ ਪਤਾ। ਦੇਖੋ ਇਸ ਦੇ ਵਿੱਚ ਕੀ ਕਰਨਾ, ਅਸੀਂ ਇੱਕ ਵਰਗ ਤਿਆਰ ਕਰਨਾ। ਅਸੀਂ ਇਸ ਦੀ ਲੰਬਾਈ a ਹੈ, ਇਸ ਦੀ b ਹੈ, ਇਸ ਦੀ ਲੰਬਾਈ a ਹੈ, ਇਸ ਦੀ b ਹੈ। ਤਾਂ ਇਹ ਕੁੱਲ ਜਿਹੜੀ ਲੰਬਾਈ ਇਸ ਪਾਸੇ ਨੂੰ ਹੈ, ਇਸ ਨੂੰ ਅਸੀਂ a + b ਕਹਤਾ, ਕਿਉਂਕਿ ਇੰਨਾ ਕੁ a ਸੀਗਾ, ਇੱਥੋਂ ਤੋਂ ਲੈ ਕੇ ਇੱਥੇ ਤੱਕ a ਸੀਗਾ, ਤੇ ਇੱਥੋਂ ਤੋਂ ਲੈ ਕੇ ਇੱਥੇ ਤੱਕ b ਸੀਗਾ, ਇਸ ਨੂੰ b ਕਹਿਤਾ। ਇਸੇ ਤਰ੍ਹਾਂ ਹੀ ਇੱਧਰ a + b ਬਣ ਜਾਂਦਾ ਜੀ। ਹੁਣ ਜੇ a + b ਨੂੰ a + b ਨਾਲ ਗੁਣਾ ਕਰੀਏ ਤਾਂ a + b ਦਾ ਹੋਲ ਸਕੁਅਰ ਬਣ ਜਾਂਦਾ। ਇੱਧਰਲਾ ਪਾਸਾ ਤਾਂ ਤਿਆਰ ਹੋ ਗਿਆ। ਹੁਣ ਵਿੱਚ ਕੀ ਹੈ, ਉਹਦੇ ਵਿੱਚ ਆ ਹੈ a ਗੁਣਾ a, ਆ ਵੀ ਪੂਜਾ a ਆ ਵੀ ਹੈ a² ਬਣ, ਆ ਪੂਜਾ b ਆ ਵੀ b ਹੈ b², ਆ ਪੂਜਾ b ਆ a ਹੈ, ਇਹ ab ਬਣ ਜਾਇਆ ਕਰਦਾ, ਆ ਪੂਜਾ a ਆ b ਹੈ, ਇਹ ab ਬਣ ਜਾਇਆ ਕਰਦਾ। ਤੇ ਹੁਣ ਜਦੋਂ ਬੱਚਾ ਇਸ ਨੂੰ ਦੇਖੂਗਾ a + b ਗੁਣਾ a + b, a + b ਹੋਲ ਸਕੁਅਰ, a² ab ਜਮਾ ab 2ab b²। ਆਨਸਰ ਇਜ਼ ਦੇयर।
ਤੋ ਇਹ ਦੇਖੋ ਤੁਸੀਂ ਬਹੁਤ ਵੀ ਕਮਾਲ ਹੈ। ਜੀ। ਹੁਣ ਇਸੇ ਤੋਂ ਹੀ ਅੱਗੇ ਮੈਂ ਉਹਨਾਂ ਨੂੰ ਲੈ ਕੇ ਜਾਣਾ। ਹੁਣ ਉਹਨਾਂ ਨੂੰ ਸੀ ਸਕੁਅਰ ਵਾਲਾ ਵੀ ਰੱਟੇ ਲਾਉਣ ਦੀ ਲੋੜ ਨਹੀਂ ਹੈ। ਤਾਂ ਸੀ ਸਕੁਅਰ ਦੇ ਵਿੱਚ ਬੱਚੇ ਨੇ ਇੱਕ ਸੀ ਸਕੁਅਰ ਪਾਣਾ ਹੈ ਤੇ ਇਸ ਨੂੰ ਕੰਪਲੀਟ ਕਰ ਲੈਣਾ ਤਾਂ ਜਵਾਬ ਆ ਜਾਣਾ। ਦੇਖੋ AC BC ਫਿਰ BC ਤੇ AC, ਅਸੀਂ ਸਿਰਫ C ਐਡ ਕੀਤਾ ਹੈ ਬੜਾ ਸਭ। A plus B plus C, A plus B plus C, ਤਾਂ A plus B plus C ਦਾ ਹੋਲ ਸਕੁਅਰ ਬਣ ਗਿਆ। ਤੇ ਬੱਚੇ ਨੂੰ ਪੁੱਛੀਦਾ ਆਨਸਰ, ਬੱਚਾ ਕਹਿ ਰਿਹਾ ਹੁੰਦਾ A ਸਕੁਅਰ plus B ਸਕੁਅਰ plus C ਸਕੁਅਰ plus 2AB plus 2AC plus 2BC। ਤੇ ਹੁਣ ਮੈਨੂੰ ਮੇਰੀ ਸਮਝ ਜਿਹੜੀ ਆ ਉਹ ਬੜੀ ਥੋੜੀ ਜੀ ਆ, ਕਿਉਂਕਿ ਮੈਂ ਅਲਜਬਰਾ ਵਗੈਰਾ ਬੜਾ ਘੱਟ ਪੜਿਆ, ਪਰ ਜਿਹੜੇ ਮੈਥ ਪੜ੍ਹਦੇ ਆ ਉਹਨਾਂ ਨੂੰ ਕਿੰਨੀ ਸੌਖਾ ਲੱਗਦਾ ਹੋਏਗਾ, ਮੈਨੂੰ ਵੀ ਸਮਝ ਆਉਣ ਲੱਗ ਪਈ ਹੈ। ਹਾਂ, ਵੀ ਸਮਝਾਉਣ ਲੱਗ ਮੇਨ ਗੱਲ ਮੈਂ ਇਹੀ ਕਹਿਣੀ ਚਾਹੁੰਦਾ, ਅਸੀਂ ਸੁਨੇਹਾ ਹੀ ਇਹੀ ਦੇਣਾ ਚਾਹੁੰਦੇ ਆ ਕਿ ਮੈਥਮੈਟਿਕਸ ਨੂੰ ਸਮਝਣਾ ਕੋਈ ਬਹੁਤੀ ਔਖੀ ਗੱਲ ਨਹੀਂ ਹੈ, ਬਸ ਇਸ ਨੂੰ ਧਿਆਨ ਦੇਣਾ ਪੈਂਦਾ। ਬਿਲਕੁਲ। ਜੇ ਤੁਸੀਂ ਧਿਆਨ ਦੇ ਰਹੇ ਹੋ ਤੇ ਉੱਥੋਂ ਹੀ ਸੀ ਸਕੁਅਰ ਬਣਿਆ। ਤੇ ਜੇ ਮੈਂ ਹੁਣ ਆਪਣੇ ਵਿਦਿਆਰਥੀ ਨੂੰ ਇਹ ਕਹਿ ਦਿੰਦਾ ਨਾ ਵੀ ਬੇਟੇ ਤੂੰ ਇੱਥੋਂ ਹੀ ਹੁਣ ਡੀ ਸਕੁਅਰ ਬਣਾ ਸਕਦਾ, ਤਾਂ ਵਿਦਿਆਰਥੀ ਡੀ ਸਕੁਅਰ ਬਣਾ ਦਿੰਦਾ। ਹਾਲਾਂਕਿ A plus B plus C plus D ਦਾ ਹੋਲ ਸਕੁਅਰ ਕਿਸੇ ਬੁੱਕ ਦੇ ਵਿੱਚ ਨਹੀਂ ਹੈ, ਸਿਲੇਬਸ 'ਚ ਨਹੀਂ ਹੈ। ਪਰ ਜੇ ਮੇਰਾ ਬੱਚਾ A plus B plus C plus D ਦਾ ਹੋਲ ਸਕੁਅਰ ਬਣਾ ਸਕਦਾ ਤਾਂ ਉਹਦੇ ਵਿੱਚ ਕੌਨਫੀਡੈਂਸ ਲੈਵਲ ਕਿੰਨਾ ਹੋ ਜਾਂਦਾ ਕਿ ਉਹ ਮਹਿਸੂਸ ਕਰੂਗਾ ਕਿ ਯਾਰ ਮੈਂ ਤਾਂ ਜੀਨੀਅਸ ਬਣ ਗਿਆ। ਵਾਹ ਜੀ, ਕੀ ਬਾਤ। ਤਾਂ ਹੁਣ ਇਹ ਉਹੀ ਤਰੀਕਾ ਫੇਰ ਮੈਂ ਦੱਸਦਾ ਕਿ ਇੱਥੇ ਅਸੀਂ ਇਹਨੂੰ ਕਨਸੈਪਟ ਨੂੰ ਕੰਪਲੀਟ ਕਰ ਲੈਣਾ। ਇਹ ਬਣ ਜਾਣਾ AD BD ਤੇ CD, ਫਿਰ ਅਸੀਂ ਥੱਲੇ ਆ ਜਾਣਾ CD BD ਤੇ AD। ਅਸੀਂ ਜਸਟ D ਦੋਨੋਂ ਪਾਸੇ ਐਡ ਕੀਤਾ ਤਾਂ ਹੀ ਇੱਥੇ D ਸਕੁਅਰ ਬਣਿਆ। ਤਾਂ ਹੁਣ ਇਹ ਕੀ ਬਣ ਗਿਆ ਸਾਡੇ ਕੋਲ A plus B plus C plus D, A plus B plus C plus D, A plus B plus C plus D ਦਾ ਹੋਲ ਸਕੁਅਰ। ਆਨਸਰ ਆ ਗਿਆ A ਸਕੁਅਰ plus B ਸਕੁਅਰ plus C ਸਕੁਅਰ plus D ਸਕੁਅਰ plus 2AB plus 2AC plus 2BC plus 2AD plus 2BD and plus 2CD। ਕੀ ਬਾਤ। ਵਾਹ। ਤਾਂ ਦੇਖੋ ਮੈਨੂੰ ਇੱਥੇ ਗੌਸ ਯਾਦ ਆ ਜਾਂਦਾ। 8ਵੀਂ ਜਮਾਤ 'ਚ ਪੜ੍ਹਦਾ ਉਹ ਬੱਚਾ ਜਿਹੜਾ ਕਿ ਜਰਮਨੀ ਦੇ ਵਿੱਚ ਪੜ੍ਹ ਰਿਹਾ ਹੈ, 8ਵੀਂ ਜਮਾਤ 'ਚ ਪਿਛਲੇ ਬੈਂਚ ਤੇ ਬੈਠਾ ਹੈ, ਲੇਕਿਨ ਉਹ ਬੱਚਾ ਕੀ ਕਹਿੰਦਾ, ਉਹਦਾ ਅਧਿਆਪਕ ਕਹਿੰਦਾ 1 ਤੋਂ ਲੈ ਕੇ 100 ਤੱਕ ਜੋੜ ਦਿਓ। ਬੜਾ ਸਾਹਿਬ ਬੜੀ ਇੰਟਰਸਟਿੰਗ ਗੱਲ ਜਿਹੜੀ ਬੱਚਿਆਂ ਤੱਕ ਮੈਂ ਪਹੁੰਚਾਉਣੀ ਚਾਹੁੰਦਾ। ਅਧਿਆਪਕ ਕਹਿੰਦਾ ਵੀ 1 ਤੋਂ ਲੈ ਕੇ 100 ਤੱਕ ਜੋੜ ਕੇ ਦਿਖਾ ਦਿਓ। ਤਾਂ ਵਿਦਿਆਰਥੀ ਸ਼ੁਰੂ ਕਰਦੇ ਨੇ 1 'ਚ 2 ਜੋੜਿਆ 3, 3 3 6, 6 4 10 5 15 'ਚ 21, ਇਸ ਤਰ੍ਹਾਂ ਜੋੜਨਾ ਸ਼ੁਰੂ ਕਰ ਦਿੰਦਾ। ਪਰ ਉਹ ਜਿਹੜਾ ਬੱਚਾ ਹੈ ਗੌਸ, ਜਿਹੜਾ ਬਹੁਤ ਵੱਡਾ ਮੈਥਮੈਟੀਸ਼ੀਅਨ ਬਣਿਆ ਸਾਡਾ, ਤਾਂ ਉਸ ਨੇ ਕੀ ਕੀਤਾ, 1 ਦੇ ਵਿੱਚ 2 ਨਹੀਂ ਜੋੜਿਆ ਹੈ। ਮੈਂ ਫੇਰ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਹਰ ਉਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। 1 'ਚ 2 ਜੋੜੋ, ਜ਼ਰੂਰ ਜੋੜੋ, ਲੇਕਿਨ ਕੀ 1 ਦੇ ਵਿੱਚ 100 ਵੀ ਜੁੜ ਸਕਦਾ? ਜੀ ਜੁੜ ਸਕਦਾ। ਉਸਨੇ 1 ਦੇ ਵਿੱਚ 100 ਜੋੜ ਕੇ 101 ਬਣਾਇਆ ਸੀ। ਤੇ ਉਸ ਤੋਂ ਬਾਅਦ ਉਹਨੇ ਕਿਹਾ ਸੀ, ਕਹਿੰਦਾ ਜੇ ਤੁਸੀਂ 2 'ਚ 99 ਜੋੜ ਕੇ ਦੇਖੋ ਫਿਰ 101 ਬਣੂਗਾ। ਕਹਿੰਦਾ ਜੇ 3 'ਚ 98 ਜੋੜੋਗੇ ਫਿਰ 101 ਬਣੂਗਾ। ਉਸਨੇ ਇਸ ਕਨਸੈਪਟ ਦੇ ਨਾਲ ਸਾਨੂੰ ਦੱਸਿਆ ਸੀ 1 ਤੋਂ ਲੈ ਕੇ 100 ਤੱਕ ਮੈਂ 1 ਸਕਿੰਟ ਦੇ ਵਿੱਚ ਜੋੜ ਕੇ ਦਿਖਾ ਸਕਦਾ। ਦੇਖੋ ਉਹਨੇ ਜੋੜ ਕੇ ਦਿਖਾਇਆ। ਉਸਨੇ ਕਿਹਾ ਵੀ 101 ਸਾਰਿਆਂ ਦਾ ਜੋੜ ਬਣਦਾ ਹੈ ਤੇ ਇਹ ਜੇ ਜੋੜੇ 50 ਹੈ ਤਾਂ ਉਹ ਕਹਿੰਦਾ 50 ਏਕਮ 50, 50 ਏਕਮ 50। ਕਹਿੰਦਾ ਲੋ ਜੀ ਚੈੱਕ ਕਰੋ, ਔਰ ਜਵਾਬ ਬਿਲਕੁਲ ਸਹੀ ਹੈ ਕਿ 1 ਤੋਂ ਲੈ ਕੇ 100 ਤੱਕ ਦਾ ਜੋੜ 5050 5050 ਹੀ ਬਣਿਆ ਕਰੋ। ਕੀ ਤਾਂ ਦੱਸੋ ਗਣਿਤ ਕਿਹੜੇ ਪਾਸੇ ਔਖਾ ਹੈ? ਤਾਂ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਚੱਲਦੇ ਮਤਲਬ ਵੱਖਰੇ ਸੰਸਾਰ ਦੇ ਵਿੱਚ ਬੱਚਿਆਂ ਨੂੰ ਲੈ ਜਾਈਏ। ਇੱਕ ਪਹਾੜਿਆਂ ਦੀ ਗੱਲ ਕਰਾਂ ਮੈਂ, ਵੀ ਜਿਹੜੇ ਪਹਾੜੇ ਹੈ ਉਹ ਬੜਾ ਸਾਹਿਬ 10 ਸਾਲ ਪਹਿਲਾਂ ਜਿਹੜਾ ਤੁਸੀਂ ਦੇਖਿਆ ਸੀ ਇੱਕ 9 ਦਾ ਪਹਾੜਾ, ਤੇ ਉਸ ਤੋਂ ਅੱਗੇ ਜਿਹੜੀ ਅਸੀਂ ਇੱਕ ਤਰੱਕੀ ਕੀਤੀ ਹੈ ਵੀ ਆਹ ਇੱਕ ਪਾਸਵਰਡ ਤਿਆਰ ਕੀਤਾ ਗਿਆ ਇੱਕ ਪਹਾੜੇ ਦਾ 86420 86420 ਜੀ। ਬਸ ਇਹ 8 ਦਾ ਪਹਾੜਾ ਹੈ। ਤੁਸੀਂ ਕਹੋ ਜੀ ਉਹ ਕਿਵੇਂ? ਬਸ ਅਸੀਂ ਇੱਥੇ 0 1 2 3 4 4 ਤੇ ਰੁਕ ਗਏ, 4 ਤੋਂ ਸ਼ੁਰੂ ਕਰ ਲਓ, 4 5 6 7 ਤੇ 8। ਲੋ ਜੀ 8 ਦਾ ਪਹਾੜਾ ਤਿਆਰ ਹੋ ਗਿਆ ਹੈ। ਬੱਚੇ ਨੂੰ ਰੱਟੇ ਲਗਾਉਣ ਦੀ ਲੋੜ ਨਹੀਂ ਹੈ ਹੁਣ। ਤੋ ਇਸ ਤਰੀਕੇ ਦੇ ਨਾਲ ਜੇ ਬੱਚਿਆਂ ਤੱਕ ਅਸੀਂ ਆਪਣੇ ਵਿਸ਼ੇ ਨੂੰ ਪਹੁੰਚਾਵਾਂਗੇ, ਜਿੱਥੇ ਰੋਚਕਤਾ ਵੱਧਦੀ ਹੈ ਉੱਥੇ ਉਹਨਾਂ ਦੇ ਕੋਲ ਇਹ ਦਿਲਚਸਪੀ ਪੈਦਾ ਹੋ ਜਾਂਦੀ ਵੀ ਮੈਂ ਸਰ ਦੀ ਕਲਾਸ 'ਚ ਦੁਬਾਰਾ ਜਾਵਾਂ, ਕੋਈ ਨਵਾਂ ਚੀਜ਼ ਮਿਲੂਗੀ ਮੈਨੂੰ। ਇਹ ਅਸੀਂ ਕੀਤੀਆਂ ਸੀ ਮੈਥਮੈਟਿਕਸ ਦੀਆਂ ਗੱਲਾਂ। ਹੁਣ ਮੈਥਮੈਟਿਕਸ ਦੇ ਵਿੱਚ ਜਿਹੜਾ ਵਿਗਿਆਨ ਹੈ ਤੇ ਵਿਗਿਆਨ ਦੇ ਵਿੱਚ ਜਿਹੜਾ ਮੈਥਮੈਟਿਕਸ ਕਿਵੇਂ ਲੁਕਿਆ ਹੋਇਆ ਉਹਦੀ ਗੱਲ ਕਰਾਂਗੇ ਜੀ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਡੇ ਕੋਲ ਕੋਈ ਵੀ ਚੀਜ਼ ਹੈ ਜਿਹੜੀ ਧਰਤੀ ਤੋਂ ਉੱਪਰ ਤੋਂ ਹੇਠਾਂ ਨੂੰ ਡਿੱਗ ਰਹੀ ਹੈ ਤਾਂ ਉਸ ਦੀ ਵੈਲਿਊ ਵਿਗਿਆਨੀਆਂ ਨੇ ਕੈਲਕੂਲੇਟ ਕਰਕੇ ਦੱਸੀ 9.8 ਮੀਟਰ ਪਰ ਸੈਕਿੰਡ ਸਕੁਅਰ ਦੇ ਨਾਲ ਕੋਈ ਵੀ ਚੀਜ਼ ਉੱਪਰੋਂ ਥੱਲੇ ਡਿੱਗਦੀ ਹੈ ਤਾਂ ਇੰਨੀ ਗਤੀ ਦੇ ਨਾਲ ਉਸਨੇ ਥੱਲੇ ਨੂੰ ਹੀ ਆਣਾ। ਤਾਂ ਹੁਣ ਉਸ ਪ੍ਰਯੋਗ ਨੂੰ ਘਰੇ ਕਰੋ, ਤੁਸੀਂ ਘਰੇ ਕਰੋ, ਸ਼ਰਮਾਉਣ ਦੀ ਲੋੜ ਨਹੀਂ ਹੈ। ਆ ਇੱਕ ਧਾਗਾ ਲਓ, ਇਹਦੇ ਨਾਲ ਇੱਕ ਪੱਥਰ ਬੰਨੋ। ਹੁਣ ਮੈਨੂੰ ਤਾਂ ਇਹ ਸੋਹਣੀ ਜਿਹੀ ਚੀਜ਼ ਮਿਲ ਗਈ ਸੀਗੀ, ਮੈਂ ਇਸ ਨੂੰ ਯੂਜ਼ ਕਰਦਾ। ਇਸ ਦਾ ਮੈਂ ਇੱਕ ਆਪਟਿਕਸ ਦਾ ਐਕਸਪੈਰੀਮੈਂਟ ਵੀ ਕਰਦਾ, ਇਸ ਲਈ ਇਸ 2 ਕੰਮ ਆ ਜਾਂਦੇ ਆ ਮੇਰੇ। ਤਾਂ ਹੁਣ ਇਹ ਤੁਹਾਡੇ ਕੋਲ ਇੱਕ ਰੱਸੀ ਹੈ ਜਾਂ ਧਾਗਾ ਹੈ,
ਇੱਕ ਇਹ ਵੱਟਾ ਪੱਥਰ ਮੰਨ ਲਓ ਤੁਸੀਂ, ਤੇ ਇਸ ਨੂੰ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿਓ ਤਾਂ ਤੁਹਾਡਾ ਪੈਂਡੂਲਮ ਬਣ ਜਾਂਦਾ। ਤੇ ਕਿਤਾਬ 'ਚ ਵੀ ਇਹੀ ਲਿਖਿਆ ਵੀ ਇੱਕ ਧਾਗੇ ਦੇ ਨਾਲ ਜੇ ਅਸੀਂ ਕੁਝ ਭਾਰੀ ਚੀਜ਼ ਲਟਕਾ ਦਈਏ ਤੇ ਉਹ ਪੈਂਡੂਲਮ ਬਣ ਜਾਂਦਾ, ਤੇ ਉਹਦੀ ਇਸ ਗਤੀ ਨੂੰ ਟੂ ਐਂਡ ਫਰੋ ਮੋਸ਼ਨ ਕਿਹਾ ਜਾਂਦਾ। ਹੁਣ ਜਿਹੜਾ ਇਹ ਹਿੱਲ ਰਿਹਾ ਹੈ, ਇੱਧਰ ਉੱਧਰ ਜਾ ਰਿਹਾ ਹੈ, ਟੂ ਐਂਡ ਫਰੋ ਮੋਸ਼ਨ, ਇਸ ਨੂੰ ਆਸੀਲੇਸ਼ਨ ਕਿਹਾ ਜਾਂਦਾ, ਤੇ ਪੰਜਾਬੀ 'ਚ ਅਸੀਂ ਡੋਲਣ ਕਹਿ ਦਿੰਦੇ ਹਾਂ ਇਸ ਨੂੰ। ਹੁਣ ਇੱਕ ਡੋਲਣ ਨੂੰ ਜਿਹੜਾ ਟਾਈਮ ਲੱਗ ਰਿਹਾ ਹੈ ਵੀ ਇੱਕ ਵਾਰੀ ਇੱਧਰ ਜਾਣ ਨੂੰ ਜੀ, ਉਹ ਜਿਹੜਾ ਟਾਈਮ ਲੱਗ ਰਿਹਾ ਉਹ ਨੋਟ ਕਰਨਾ। ਤੁਸੀਂ ਕਹੋ ਜੀ ਇੱਕ ਡੋਲਣ ਦਾ ਟਾਈਮ ਕਰਨਾ ਤਾਂ ਨੋਟ ਬੜਾ ਮੁਸ਼ਕਲ ਹੋ ਜਾਊਗਾ। ਤਾਂ ਵਿਗਿਆਨੀਆਂ ਨੇ ਸਾਨੂੰ ਤਰੀਕੇ ਦੱਸੇ ਆ, ਅਸੀਂ ਕਿੱਥੇ, ਅਸੀਂ ਤਾਂ ਉਹਨਾਂ ਦੀ ਕਿਤਾਬ ਪੜ੍ਹਨੀ ਆ ਤੇ ਤਰੀਕਾ ਲੱਭ ਲੈਣਾ। ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ 20 ਵਾਰੀ ਇਹਨੂੰ ਨੋਟ ਕਰੋ ਵੀ 1 2 3 4, ਵੀ ਇਹ 20 ਵਾਰੀ ਕਿੰਨੇ ਟਾਈਮ 'ਚ ਗਿਆ, ਟਾਈਮ ਪਤਾ ਲੱਗ ਗਿਆ, ਉਹਨੂੰ 20 ਨਾਲ ਭਾਗ ਕਰ ਦਿਓ, 1 ਦਾ ਟਾਈਮ ਆ ਜਾਊਗਾ। ਕਿਆ ਬਾਤ। ਜਦੋਂ ਇਹ ਸਾਡੇ ਕੋਲ ਟਾਈਮ ਆ ਜਾਊਗਾ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਮੈਂ ਮੈਥਮੈਟਿਕਸ ਦੀ ਗੱਲ ਕੀਤੀ ਹੈ ਉਹ ਕੀ ਹੈ, t = 2 ਪਾਈ L/G, ਇਸ ਦਾ ਰੂਟ। ਆ ਫਿਰ ਮੈਥਮੈਟੀਕਲ ਫਾਰਮੂਲਾ ਲਗਾ ਕੇ ਇੱਥੋਂ ਅਸੀਂ g ਦੀ ਵੈਲਿਊ ਕੈਲਕੂਲੇਟ ਕਰ ਲੈਂਦੇ ਆ, ਕਿਉਂਕਿ ਪਾਈ ਸਾਨੂੰ ਪਤਾ ਹੈ 3.14 ਹੋਇਆ ਕਰਦੀ ਹੈ। t ਅਸੀਂ ਕੱਢ ਲਿਆ ਵੀ ਇੱਕ ਵਾਰੀ ਡੋਲਣ ਨੂੰ ਕਿੰਨਾ ਟਾਈਮ ਲੱਗਦਾ, ਇੱਕ ਆਸੀਲੇਸ਼ਨ ਨੂੰ ਕਿੰਨਾ ਟਾਈਮ ਲੱਗਿਆ, ਲੈਂਥ ਅਸੀਂ ਜਿੰਨਾ ਧਾਗਾ ਵਰਤਿਆ ਉਹ ਪਤਾ ਲੱਗ ਗਿਆ, ਤੇ ਇੱਥੇ ਅਸੀਂ ਵੈਲਿਊਜ਼ ਭਰਦੇ ਹਾਂ ਤੇ ਸਾਡੀ g ਦੀ ਵੈਲਿਊ 9.8 ਦੇ ਕਰੀਬ ਆ ਜਾਂਦੀ। ਵੈਸੇ ਜਿਹੜੇ ਮੈਥ ਵਾਲੇ ਹੋਣਗੇ ਉਹਨਾਂ ਨੂੰ ਜ਼ਿਆਦਾ ਸਮਝ ਆਊਗੀ, ਮੈਨੂੰ ਬੜੀ ਘੱਟ ਸਮਝ ਆਈ ਹੈ। ਨਹੀਂ, ਸਾਡਾ ਇਹ ਹੈ ਵੀ ਕੋਈ ਵੀ ਹੋਵੇ ਉਸ ਨੂੰ, ਹਰ ਇੱਕ ਬੰਦੇ ਨੂੰ ਇਹ ਜਿਹੜੀ ਹੈ ਹਰ ਇੱਕ ਚੀਜ਼ ਦੀ ਸਮਝ ਆ ਜਾਣੀ ਚਾਹੀਦੀ ਹੈ। ਬੜਾ ਸਾਹਿਬ ਤੁਸੀਂ ਇਹ ਦੇਖੋ ਵੀ ਮੈਥਮੈਟਿਕਲੀ ਚੀਜ਼ਾਂ ਜਿਹੜੀਆਂ ਹੈਗੀਆਂ ਘੁੰਮ ਰਹੀਆਂ, ਤਾਂ ਆਹ ਦੇਖੋ ਵੀ ਇੱਥੇ ਐਂ ਲੱਗਦਾ ਵੀ ਇਹ ਭਾਰੀ ਚੀਜ਼ ਹੈ, ਇਹ ਹਲਕੀ ਚੀਜ਼ ਹੈ। ਦੇਖੋ ਇਹ ਹਲਕਾ, ਇਹ 25 ਗ੍ਰਾਮ ਹੈ, ਇਹ ਸਾਡੇ ਕੋਲ 150 ਗ੍ਰਾਮ ਹੈ। ਹੁਣ ਇਹ 150 ਗ੍ਰਾਮ ਹੈ ਤੇ 25 ਗ੍ਰਾਮ ਹੈ। ਹੁਣ 150 ਗ੍ਰਾਮ ਵਾਲੀ ਚੀਜ਼ 25 ਗ੍ਰਾਮ ਵਾਲੇ ਨੂੰ ਖਿੱਚ ਰਹੀ ਹੈ, ਥੱਲੇ ਲੈ ਜਾਂਦੀ ਜੇ ਮੈਂ ਆ ਰੁਕਿਆ ਨਾ ਹੁੰਦਾ। ਪਰ ਕਮਾਲ ਦੀ ਸਾਇੰਸ ਤਾਂ ਮੰਨਾਂਗੇ ਕਿ ਜੇ ਇਹ 25 ਗ੍ਰਾਮ ਵਾਲਾ ਇਹ 150 ਗ੍ਰਾਮ ਨੂੰ ਉੱਪਰ ਚੱਕ ਦੇ ਤਾਂ ਉਹ ਵਿਗਿਆਨ ਹੋਇਆ ਕਰਦਾ। ਥੋੜਾ ਜਿਹਾ ਤੁਸੀਂ ਪਿੱਛੇ ਹੋਵੋਗੇ ਤਾਂ ਕਿ ਇਸ ਨੂੰ ਮੈਂ ਦਿਖਾ ਸਕਾਂ। ਇਹ ਦੇਖੋ, ਉਹ ਕਿਆ ਬਾਤ। ਤਾਂ ਤੁਸੀਂ ਦੇਖੋ ਸਹਿਜੇ ਮੈਂ ਕੁਝ ਨਹੀਂ ਕੀਤਾ ਹੈ ਇਸ ਦੇ ਵਿੱਚ, ਇਸ ਨੂੰ ਸਿਰਫ ਤੇ ਸਿਰਫ ਰੋਟੇਸ਼ਨ ਦਿੱਤੀ ਹੈ ਅਸੀਂ, ਔਰ ਜਿਵੇਂ ਹੀ ਰੋਟੇਸ਼ਨ ਘਟਦੀ ਜਾਊਗੀ ਉਹ ਭਾਰ ਨੇ ਫਿਰ ਥੱਲੇ ਆਣਾ ਸ਼ੁਰੂ ਹੋ ਜਾਣਾ। ਤਾਂ ਇਸ ਦੇ ਨਾਲ ਅਸੀਂ ਸੈਂਟਰੀਪੀਟਲ ਫੋਰਸ ਹੈ ਜਿਹੜੀ ਉਹ ਜੋੜ ਕੇ ਕਿ ਉਹ ਕਿਵੇਂ ਕੇਂਦਰ ਵੱਲ ਨੂੰ ਲੱਗਦੀ ਹੈ, ਤੇ ਉਹ ਕੇਂਦਰ ਵੱਲ ਨੂੰ ਲੱਗਦੀ ਹੋਈ ਫੋਰਸ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਅਪਲਿਫਟ ਕਰ ਲੈਂਦੀ ਹੈ, ਤਾਂ ਇੱਥੋਂ ਕਨਸੈਪਟ ਆ ਜਾਂਦਾ ਯੂਨੀਵਰਸ ਦੇ ਵਿੱਚ ਸਾਰਾ ਕੁਝ ਘੁੰਮ ਕੇ ਹੋ ਰਿਹਾ ਹੈ। ਵਾਹ, ਬਹੁਤ ਵਧੀਆ, ਕਿਆ ਬਾਤ ਹੈ। ਤਾਂ ਕਮਾਲ ਹੋ ਗਈ ਹੈ। ਇਹ ਪਤਾ ਲੱਗ ਗਿਆ ਵੀ ਜਿਹੜੀ ਯੂਨੀਵਰਸਿਟੀ ਵਿੱਚ ਸਮਾਨ ਦੇ ਚੀਜ਼ਾਂ ਖੜੀਆਂ ਨੇ, ਜਿੰਨੇ ਬ੍ਰਹਿਮੰਡ ਦੇ ਵਿੱਚ ਗ੍ਰਹਿ ਖੜੇ ਆ, ਉਹ ਇਸ ਫੋਰਸ ਦੇ ਕਿਤੇ ਨੇੜੇ ਤੇੜੇ ਆ। ਬਿਲਕੁਲ ਦੇਖੋ, ਜੇ ਇਹ ਵੜਾ ਸਾਹਿਬ ਇੱਕ ਹੋਰ ਪ੍ਰਯੋਗ ਦੇ ਨਾਲ, ਹੁਣ ਕਈ ਵਾਰੀ ਇਹ ਹੋ ਜਾਂਦਾ ਬੱਚੇ ਬਾਜ਼ਾਰੋਂ ਟੌਏ ਖਰੀਦਦੇ ਆ, ਮੈਂ ਕਹਿੰਦਾ ਹਰ ਟੌਏ ਦੇ ਪਿੱਛੇ ਸਾਇੰਸ ਹੈ। ਤੁਸੀਂ ਬੱਚੇ ਨੂੰ ਦੱਸੋ, ਜੇ ਬੱਚਾ ਟੌਏ ਨੂੰ ਖੋਲ ਕੇ ਦੇਖਣਾ ਚਾਹੁੰਦਾ ਹੈ ਤਾਂ ਕੋਈ ਹਰਜ ਨਹੀਂ ਹੈ, ਟੁੱਟ ਜਾਏਗਾ, ਹੋਰ ਹਜ਼ਾਰਾਂ ਟੌਇਜ਼ ਪਏ ਆ, ਲੇਕਿਨ ਉਸ ਨੂੰ ਕਦੇ ਵੀ ਰੋਕੋ ਨਾ। ਹੁਣ ਇਹ ਜਿਹੜਾ ਟੌਏ ਹੈ ਇਹ ਸਾਨੂੰ ਕੀ ਦਰਸਾ ਰਿਹਾ, ਦੇਖੋ ਮੈਂ ਇਸ ਨੂੰ ਉੱਤੇ ਸਿੱਟਿਆ ਤਾਂ ਤੁਸੀਂ ਦੇਖ ਸਕਦੇ ਹੋ ਬਾਲ ਦੇ ਰੂਪ ਦੇ ਵਿੱਚ ਹੀ ਉੱਪਰ ਜਾ ਰਹੀ ਹੈ, ਲੇਕਿਨ ਜੇ ਮੈਂ ਇਸ ਨੂੰ ਘੁਮਾ ਕੇ ਸਿੱਟਦਾ, ਕਿਆ ਬਾਤ, ਜਾਦੂ ਹੋ ਗਿਆ ਡਾਕਟਰ ਸਾਹਿਬ। ਦੇਖੋ ਇਹ ਜਿਹੜਾ ਅਸੀਂ ਇਹ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਬੇਟੇ ਜਾਦੂ ਨਾਮ ਦੀ ਚੀਜ਼ ਅਸੀਂ ਬਣਾ ਲਈ ਹੋਈ ਹੈ, ਪਰ ਜਾਦੂ ਦੇ ਪਿੱਛੇ ਲੌਜਿਕ ਹੈ। ਹਰ ਇੱਕ ਮੈਜਿਕ ਦੇ ਪਿੱਛੇ ਇੱਕ ਲੌਜਿਕ ਹੈ, ਔਰ ਉਹ ਲੌਜਿਕ ਕੀ ਹੈ, ਸਾਇੰਸ ਹੈ ਸਾਡੀ। ਤਾਂ ਇਹ ਜੇ ਇਹਨੂੰ ਸਪਿਨ ਕਰਕੇ ਸਿੱਟਦੇ ਆ ਤਾਂ ਇਹਦੇ ਨਾਲ ਦੋ ਕਨਸੈਪਟ ਕਲੀਅਰ ਹੋ ਗਏ ਸਾਡੇ ਵੱਡੇ ਕਿ ਇੱਕ ਤਾਂ ਜਿਹੜਾ ਬੌਲਰ ਹੈ ਕ੍ਰਿਕਟ ਦਾ ਬੜਾ ਚਾਰਮ ਰਹਿੰਦਾ ਬੱਚਿਆਂ ਨੂੰ, ਵੀ ਜਦੋਂ ਉਹ ਬਾਲ ਨੂੰ ਘੁਮਾ ਕੇ ਸੁੱਟਦਾ ਹੈ ਤਾਂ ਸਪਿਨ ਹੋ ਕੇ ਕਿਉਂ ਜਾਂਦੀ ਹੈ, ਕਿਵੇਂ ਹਵਾ ਦੇ ਨਾਲ ਟਕਰਾ ਕੇ ਉਹ ਸਪਿਨ ਹੁੰਦੀ ਹੈ, ਕਿਉਂਕਿ ਇੱਥੇ ਹਵਾ ਦੇ ਨਾਲ ਫ੍ਰਿਕਸ਼ਨ ਲੈਂਦੀ ਹੈ, ਉਹ ਤਾਂ ਸਪਿਨ ਹੋਊਗੀ ਜੇ ਉਹਨੂੰ ਘੁਮਾਊਗਾ, ਜੇ ਘੁਮਾਊਗਾ ਨਹੀਂ ਸਪਿਨ ਨਹੀਂ ਹੋਊਗੀ। ਤੇ ਦੂਸਰਾ ਕਿ ਜਿਹੜੀ ਸਾਡੀ ਧਰਤੀ ਹੈ ਜੇ ਇਹ ਘੁੰਮਦੀ ਰਹੂਗੀ ਤਾਂ ਇਹ ਪੂਰੀ ਖੁੱਲੀ ਰਹੂਗੀ, ਜੇ ਕਿਤੇ ਘੁੰਮਣਾ ਬੰਦ ਕਰ ਗਈ ਜਾਂ ਘੱਟ ਕਰ ਗਈ ਤਾਂ ਇਹਨੇ ਕੋਲੈਪਸ ਕਰ ਜਾਣਾ। ਜੀ ਵਾਹ, ਇਸੇ ਕਰਕੇ ਧਰਤੀ ਰੱਬ ਨੇ ਜਿਹੜੀ ਹੈ ਉਹ ਘੁਮਾਉਂਦੀ ਰੱਖੀ ਹੋਈ ਹੈ ਕਿ ਉਹ ਹਰ ਚੀਜ਼ ਯੂਨੀਵਰਸ ਦੇ ਵਿੱਚ ਘੁੰਮਦੀ ਹੈ ਜੀ, ਹਰ ਚੀਜ਼ ਘੁੰਮ ਰਹੀ ਹੈ, ਕੋਈ ਵੀ ਚੀਜ਼ ਸਥਿਰ ਨਹੀਂ ਹੈ। ਤਾਂ ਇਸ ਕਰਕੇ ਇਹਨਾਂ ਕਨਸੈਪਟਸ ਨੂੰ ਬੱਚਿਆਂ ਤੱਕ ਲੈ ਕੇ ਜਾਣਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਦੇਖੋ ਮੈਂ ਵਿਗਿਆਨੀਆਂ ਦੀ ਜੇ ਗੱਲ ਕਰਾਂ ਕਿ ਜਿਸ ਤਰ੍ਹਾਂ ਤੁਸੀਂ ਇਹ ਇਨਸਟਰੂਮੈਂਟ ਨੂੰ ਚੱਕਿਆ, ਹੁਣ ਇਹ ਇਨਸਟਰੂਮੈਂਟ ਸਾਨੂੰ ਇੱਥੇ ਲੱਗੇ ਹੋਏ ਰੰਗਾਂ ਬਾਰੇ ਦੱਸਦਾ, ਪਰ ਮੈਂ ਉਹਨਾਂ ਵਿਗਿਆਨੀਆਂ ਨੂੰ ਸਲਾਮ ਕਰਦਾ ਹਮੇਸ਼ਾ ਕਿ ਜਿਸ ਵਿਗਿਆਨੀ ਨੇ ਸੂਰਜ ਤੋਂ ਆ ਰਹੀਆਂ ਕਿਰਨਾਂ ਨੂੰ ਦੇਖਿਆ, ਤੇ ਕਿਰਨਾਂ ਨੂੰ ਤਾਂ ਅਸੀਂ ਵੀ ਰੋਜ਼ ਦੇਖਦੇ ਹਾਂ, ਪਰ ਉਹਨਾਂ ਕਿਰਨਾਂ ਦੇ ਵਿੱਚੋਂ ਰੰਗ ਲੱਭ ਲਏ ਉਸਨੇ। ਕਹਿੰਦਾ ਇਹ ਕਿਰਨਾਂ ਸਫੈਦ ਨਹੀਂ ਹੈਗੀਆਂ, ਇਹਦੇ ਵਿੱਚ 7 ਰੰਗ ਹੈ। ਕਹਿੰਦਾ 7 ਰੰਗ ਕਿਹੜੇ ਆ, ਉਹ 7 ਰੰਗ ਵੀ ਦੱਸ ਕੇ ਗਿਆ ਜੀ ਸਾਨੂੰ। ਕਹਿੰਦਾ ਇੱਕ ਵਾਇਲਟ ਹੈ, ਇੱਕ ਇੰਡੀਗੋ ਹੈ, ਬਲੂ ਹੈ, ਗ੍ਰੀਨ ਹੈ, ਯੈਲੋ ਹੈ, ਔਰੇਂਜ ਹੈ ਤੇ ਰੈੱਡ ਹੈ।
ਇਹ ਸੱਤੇ ਰੰਗ ਉਸਨੇ ਦੱਸੇ ਔਰ ਫਿਰ ਇਹ ਇੱਕ ਡਿਵਾਈਸ ਇੰਸਟਰੂਮੈਂਟ ਤਿਆਰ ਕਰਕੇ ਸਾਨੂੰ ਦਿੱਤਾ, ਜਿਸ ਦਾ ਨਾਮ ਅੱਜ ਅਸੀਂ ਨਿਊਟਨ ਡਿਸਕ ਨਾਲ ਮਸ਼ਹੂਰ ਕੀਤਾ ਹੋਇਆ। ਇਹਨੂੰ ਕਹਿੰਦੇ ਆ ਨਿਊਟਨ ਡਿਸਕ। ਕੀ ਬਾਤ ਹੈ। ਇਹ ਨਿਊਟਨ ਡਿਸਕ ਦੇ ਵਿੱਚ ਦੇਖੋਗੇ ਵੜੈਚ ਸਾਹਿਬ ਤੁਸੀਂ ਹੁਣ ਕਿ ਜਦੋਂ ਇਹ ਸੱਤੇ ਰੰਗ ਸਥਿਰ ਹੈ ਤਾਂ ਰੰਗ ਦਿਸਦੇ ਆ, ਪਰ ਇਹ ਜੇ ਬਹੁਤ ਤੇਜ਼ ਘੁੰਮਣਗੇ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਰੰਗ ਕਿੱਥੇ ਗਏ। ਕੀ ਬਾਤ ਹੈ, ਬਿਲਕੁਲ ਵਾਈਟ। ਮੈਂ ਹਾਂ, ਕਈ ਵਾਰੀ ਇਹ ਕੈਮਰਾ ਫਰੇਮ ਦੇ ਵਿੱਚ ਨਹੀਂ ਕੈਚ ਹੁੰਦੇ, ਕਿਉਂਕਿ ਕੈਮਰਾ ਦੇ ਜਿਹੜੇ ਫਰੇਮਸ ਆ ਉਹ ਬੜੇ ਮਤਲਬ ਵੀ ਉਹਦੇ ਵਿੱਚ ਜਿਹੜੀ ਸਾਡੀ ਜਿਵੇਂ ਅੱਖ ਹੈ ਨਾ, ਅੱਖ ਤੋਂ ਅਸੀਂ ਕੈਮਰਾ ਬਣਾਇਆ ਜੀ। ਸੋ ਇਹ ਹੈ ਕਿ ਜਦੋਂ ਇਹ ਬਿਲਕੁਲ ਇਕੱਠੇ ਘੁੰਮਣਗੇ ਤਾਂ ਇਹ ਵਾਈਟ ਹੋ ਜਾਏ। ਇਹ ਵਾਈਟ ਹੋ ਜਾਏਗਾ, ਕੋਈ ਰੰਗ ਹੀ ਨਹੀਂ ਦਿਸ ਰਿਹਾ, ਕੋਈ ਰੰਗ ਨਹੀਂ ਦਿਸ ਰਿਹਾ ਨਾ, ਤਾਂ ਇਹ ਵਾਈਟ ਹੋ ਗਏ। ਪਰ ਇੱਥੇ ਮੈਂ ਨਾਲੇ ਵੀ ਕਹਿ ਦੇਣਾ ਚਾਹੁੰਦਾ ਵੀ ਇਹ ਤਾਂ ਮੈਂ ਜਰਾ ਥੋੜੀ ਜਿਹੀ ਹੱਥੀ ਸਪੀਡ ਦੇ ਨਾਲ ਘੁਮਾਇਆ, ਪਰ ਉਹ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ, ਜਿਹੜਾ ਸੂਰਜ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈ, 3 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਪ੍ਰਕਾਸ਼ ਗਤੀ ਕਰ ਰਿਹਾ। ਤੁਸੀਂ ਦੇਖੋ, ਇਮੇਜਿਨ ਕਰਕੇ ਦੇਖੀਏ ਵੜੈਚ ਸਾਹਿਬ ਵੀ ਇਹ ਉਹਨਾਂ ਵਿਗਿਆਨੀਆਂ ਦੀਆਂ ਦੇਣ ਹੈ ਜਿਹੜੀਆਂ ਸਾਡੇ ਤੋਂ ਪੜ੍ਹੀਆਂ ਵੀ ਨਹੀਂ ਜਾ ਰਹੀਆਂ। ਡਾਕਟਰ ਸਾਹਿਬ ਮੈਂ ਵੇਖ ਰਿਹਾ ਤੁਸੀਂ ਇੰਨਾ ਕੋਈ ਸਮਾਨ ਰੱਖਿਆ ਹੋਇਆ, ਤੁਸੀਂ ਅਖਬਾਰ ਵੀ ਇੱਕ ਪੁਰਾਣੀ ਚੁੱਕੀ ਫਿਰਦੇ ਹੋ। ਦੇਖੋ ਅਖਬਾਰਾਂ ਜਿਹੜੀਆਂ ਹੈਗੀਆਂ ਨਾ, ਜਿੱਥੇ ਸਾਡੇ ਲਈ ਪ੍ਰਚਾਰ ਦਾ ਕੰਮ ਕਰਦੀਆਂ ਹੈ ਨਾ, ਤੇ ਲੋਕਾਂ ਤੱਕ ਸੁਨੇਹੇ ਪਹੁੰਚਾਉਂਦੀਆਂ, ਉੱਥੇ ਅਖਬਾਰਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਨੂੰ ਕੰਮ ਲੈ ਲੈਂਦੇ। ਦੇਖੋ ਇੱਥੇ ਹੁਣ ਤੁਹਾਨੂੰ ਦਿਖਾਇਆ ਜਾ ਸਕਦਾ ਵੀ ਇੱਕ ਅਖਬਾਰ ਦਾ ਮੈਂ ਇਹ ਬੱਚਿਓ ਯੂਜ਼ਡ ਅਖਬਾਰ, ਨਵੀਂ ਨਾ ਪਾੜਿਓ। ਹਾਂ ਤੁਸੀਂ ਪਾੜ ਸਕਦੇ ਹੋ, ਲੇਕਿਨ ਪੜ੍ਹਨ ਤੋਂ ਬਾਅਦ ਪੜ੍ਹ ਲਿਓ, ਕਿਉਂਕਿ ਤੁਹਾਨੂੰ ਅਸੀਂ ਰੋਕਣਾ ਨਹੀਂ ਹੈ। ਜਦੋਂ ਪ੍ਰਯੋਗ ਕਰਦੇ ਹਾਂ ਵਿਗਿਆਨੀਆਂ ਨੂੰ ਰੋਕਿਆ ਨਹੀਂ ਗਿਆ ਸੀਗਾ। ਗੈਲੀਲੀਓ ਚੜਿਆ ਹੋਇਆ ਟਾਵਰ ਤੇ ਕਹਿੰਦਾ ਵੀ ਲੋਕੋ ਦੇਖੋ ਆਹ ਜਿਹੜੇ ਦੋ ਪੱਥਰ ਹੈ, ਇੱਕ ਵੱਡਾ ਤੇ ਇੱਕ ਛੋਟਾ, ਇਕੱਠੇ ਡਿੱਗਣਗੇ। ਲੋਕ ਕਹਿੰਦੇ ਪਾਗਲ ਹੋ ਗਿਆ ਤਾਂ ਵੜੈਚ ਸਾਹਿਬ ਮੈਨੂੰ ਤੁਹਾਡੀ ਉਹ ਗੱਲ ਯਾਦ ਆ ਜਾਂਦੀ ਹੈ ਵੀ ਜਦੋਂ ਤੁਸੀਂ ਇੱਕ ਵਾਰੀ ਕਿਹਾ ਸੀ ਵੀ ਜਸਵਿੰਦਰ ਵੀ ਪਾਗਲ ਹੋਇਆ ਲੱਗਦਾ ਤੇ ਮੈਂ ਤਾਂ ਬੜਾ ਖੁਸ਼ ਹੁੰਨਾ ਵੀ ਜਿੱਦਣ ਲੋਕ ਪਾਗਲ ਕਹਿਣ ਲੱਗ ਗਏ ਸ਼ਾਇਦ ਵਿਗਿਆਨੀ ਬਣ ਜਾਈਏ। ਤਾਂ ਇਸ ਟੁਕੜੇ ਨੂੰ ਅਸੀਂ ਜਦੋਂ ਇੱਕ ਫੁੱਲ ਦੀ ਸ਼ੇਪ ਦਿੰਦੇ ਹਾਂ ਤਾਂ ਦੇਖੋ ਵੀ ਮੈਂ ਇਸ ਨੂੰ ਹੁਣ ਇੱਕ ਫੁੱਲ ਬਣਾ ਰਿਹਾ, ਇਸ ਦੀਆਂ ਪੱਤੀਆਂ ਬਣਾ ਰਿਹਾ। ਇਹ ਤੁਹਾਨੂੰ ਦਿਖਾਇਆ ਜਾਊਗਾ ਵੀ ਫੁੱਲ ਕਿਵੇਂ ਖਿੜਦੇ ਆ, ਫੁੱਲਾਂ ਦਾ ਖਿੜਨਾ ਕਿਵੇਂ ਹੁੰਦਾ ਇਹ ਤੁਹਾਨੂੰ ਦਿਖਾਵਾਂਗੇ ਅਸੀਂ। ਕੋਸ਼ਿਸ਼ ਹੈ ਹਰ ਐਕਸਪੈਰੀਮੈਂਟ ਦੇ ਪਿੱਛੇ ਕੰਡੀਸ਼ਨਸ ਹੁੰਦੀਆਂ, ਜਦੋਂ ਸਾਰੀਆਂ ਕੰਡੀਸ਼ਨਸ ਫੁੱਲਫਿਲ ਹੋ ਜਾਂਦੀਆਂ ਤਾਂ ਐਕਸਪੈਰੀਮੈਂਟ ਹੋ ਜਾਇਆ ਕਰਦਾ ਸਾਡਾ। ਤੇ ਇਹ ਦੇਖੋ ਵੀ ਇਸ ਨੂੰ ਹੁਣ ਪੱਤੀਆਂ ਨੂੰ ਅਸੀਂ ਬੰਦ ਕਰ ਲਿਆ ਤਾਂ ਇੱਕ ਬੱਡ ਦੇ ਰੂਪ ਦੇ ਵਿੱਚ ਆ ਗਈ ਹੋਈ ਹੈ ਸਾਡੇ। ਜਦੋਂ ਹਾਲੇ ਫੁੱਲ ਖਿੜਿਆ ਨਹੀਂ ਹੈ, ਕਲੀ ਬਣੀ ਹੁੰਦੀ ਹੈ, ਕਲੀ ਬਣੀ, ਇਹ ਖਿੜਿਆ ਨਹੀਂ ਹੈ ਹਾਲੇ। ਹੁਣ ਇਸ ਨੂੰ ਖਿੜਦਾ ਹੋਇਆ ਅਸੀਂ ਤੁਹਾਨੂੰ ਦਿਖਾਵਾਂਗੇ। ਵੜੈਚ ਸਾਹਿਬ ਆਹ ਮਦਦ ਕਰੋ ਥੋੜੀ ਜਿਹੀ ਮੇਰੇ ਨਾਲ। ਤਾਂ ਹੁਣ ਮੈਂ ਇਸ ਨੂੰ ਪਾਣੀ ਦੇ ਵਿੱਚ ਰੱਖਾਂਗਾ ਤੇ ਤੁਸੀਂ ਦੇਖੋਗੇ ਕਿ ਫੁੱਲ ਖਿੜਨਾ ਸ਼ੁਰੂ ਹੋ ਜਾਏਗਾ। ਦੇਖੋ ਪੱਤੀਆਂ ਆਪਣੇ ਆਪ ਖੁੱਲ ਰਹੀਆਂ ਜਾਂ ਤੁਸੀਂ ਵੀ ਥੱਲੋਂ ਕੁਝ ਕਰ ਰਹੇ ਹੋ। ਕੀ ਬਾਤ ਹੈ, ਕੀ ਬਾਤ ਹੈ, ਵਾਹ ਵਾਹ। ਤੇ ਇਸ ਦੇ ਪਿੱਛੇ ਦਾ ਜਿਹੜਾ ਸੀਨ ਦਿਖਾਉਣ ਦੇ ਲਈ ਬੱਚਿਆਂ ਨੂੰ ਇਸੇ ਅਖਬਾਰ ਦੇ ਕਾਗਜ਼ ਨੂੰ ਮਾਈਕਰੋਸਕੋਪ ਦੇ ਹੇਠਾਂ ਰੱਖ ਕੇ ਜਦੋਂ ਦਿਖਾਇਆ ਜਾਂਦਾ ਵੀ ਇਸ 'ਚ ਛੋਟੀਆਂ-ਛੋਟੀਆਂ ਮੋਰੀਆਂ ਹੁੰਦੀਆਂ, ਛੇਕ ਹੁੰਦੇ ਆ, ਤੇ ਉਹਨਾਂ ਛੇਕਾਂ ਦੇ ਵਿੱਚ ਪਾਣੀ ਭਰਿਆ, ਤੇ ਜਦੋਂ ਉਹ ਪਾਣੀ ਭਰਿਆ ਤੇ ਪਾਣੀ ਭਰਨ ਦੇ ਨਾਲ ਪੱਤੀ ਭਾਰੀ ਹੋਈ ਤੇ ਖਿੜ ਗਈ। ਇਹ ਹੈ ਸਾਇੰਸ, ਇਹ ਹੈ ਕੈਪਿਲਰੀ ਐਕਸ਼ਨ, ਜਿਹੜਾ ਕਿ ਪੱਤਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪਾਣੀ ਚੜ੍ਹਦਾ ਹੈ, ਧਰਤੀ ਦੇ ਵਿੱਚੋਂ ਕਿਸ ਤਰ੍ਹਾਂ ਦੇ ਨਾਲ। ਕੋਈ ਮੋਟਰ ਨਹੀਂ ਲੱਗੀ ਹੈ ਇੱਥੇ, ਮਾੜੀ ਜਿਹੀ ਟੈਂਕੀ ਰੱਖ ਲਈ ਤਾਂ ਥੱਲੇ ਮੋਟਰ ਲਾਣੀ ਪੈਂਦੀ ਹੈ ਵੀ ਭਾਈ ਪਾਣੀ ਨੂੰ ਚੜਾਓ ਉੱਤੇ, ਤੇ ਉਹ ਦਰਖਤਾਂ ਦੇ ਵਿੱਚ ਕੈਸਾ ਸਿਸਟਮ ਹੋ ਰਿਹਾ। ਤਾਂ ਸਾਇੰਸ ਨੂੰ ਆਪਾਂ ਜਿਹੜਾ ਹੈ ਸਮਝੀਏ ਔਰ ਸਾਇੰਸ ਦਾ ਲੁਤਫ ਲਿਆ ਕਰੀਏ। ਮੈਂ ਵੇਖ ਰਿਹਾ ਸੀ ਵੀ ਤੁਸੀਂ ਇੰਨਾ ਪਾਣੀ ਇਹ ਫੁੱਲ ਖੜਾਉਣ ਵਾਸਤੇ ਰੱਖਿਆ, ਤੇ ਅਸੀਂ ਕਿਤੇ ਸੁਣਦੇ ਹੁੰਦੇ ਸੀ ਵੀ ਕਈ ਨਾ ਸਾਧ ਸੰਤ ਪਿੰਡਾਂ 'ਚ ਜਾਂਦੇ ਆ ਤੇ ਉਹ ਪਤਾ ਨਹੀਂ ਕੁਝ ਸੁੱਟਦੇ ਇੰਜ ਕਰਕੇ ਤੇ ਪਾਣੀ ਚੱਗ ਲੱਗਦਾ, ਤੇ ਅਸੀਂ ਸੁੱਟ ਦਿੰਦੇ ਵੜੈਚ ਸਾਹਿਬ। ਲੋ ਅਸੀਂ ਸਾਡੇ ਕੋਲ ਵੀ ਐਸਾ ਇੱਕ ਯੰਤਰ ਹੈਗਾ ਜਿਸ ਨੂੰ ਅਸੀਂ ਯੰਤਰ ਕਹਿ ਦਿੰਦੇ ਆ, ਕਿਉਂਕਿ ਲੋਕਾਂ 'ਚ ਭੁਲੇਖਾ ਪਾਣਾ ਹੁੰਦਾ। ਤੇ ਉਹ ਬਾਬਾ ਵੀ ਕਹਿੰਦਾ ਮੇਰੇ ਕੋਲ ਇਹ ਜੀ ਇੱਕ ਸਵਾਹ ਹੈਗੀ ਹੈ ਜਿਹੜੀ ਮੈਂ ਸਿੱਟੂਗਾ ਤੇ ਉਹਦੇ ਨਾਲ ਹੋ ਜਾਣਾ। ਆਹ ਦੇਖੋ ਆਹ ਹੈ ਸਾਡੇ ਕੋਲ ਉਹ ਚੀਜ਼ ਜਿਸ ਨੂੰ ਅਸੀਂ ਦਿਖਾ ਵੀ ਦਿੰਦੇ ਆ ਆਪਣੇ ਸਾਥੀਆਂ ਨੂੰ। ਇਸ 'ਚ ਲੁਕੋਚਪੋ ਨਹੀਂ ਹੁੰਦਾ। ਅਧਿਆਪਕ ਹੈ ਜਿਹੜਾ ਹਮੇਸ਼ਾ ਤੇ ਹਮੇਸ਼ਾ ਸਿਰਫ ਸੱਚੀ ਗੱਲ ਤੇ ਅਖੀਰ ਤੇ ਮੈਂ ਕਹਿੰਦਾ ਵੀ ਹਰ ਇੱਕ ਗੱਲ ਦੱਸਣਾ ਚਾਹੁੰਦਾ ਆਪਣੇ ਵਿਦਿਆਰਥੀਆਂ ਨੂੰ। ਤੋਂ ਵਿਦਿਆਰਥੀਓ ਪਹਿਲਾਂ ਅਸੀਂ ਪ੍ਰਯੋਗ ਨੂੰ ਦੇਖਦੇ ਹਾਂ, ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਹੋਇਆ ਕੀ ਹੈ। ਤਾਂ ਵੜੈਚ ਸਾਹਿਬ ਇਹ ਜਿਹੜਾ ਪ੍ਰਯੋਗ ਹੈ ਇਹ ਤੁਸੀਂ ਵੀ ਘਰੇ ਕਰ ਸਕਦੇ ਹੋ, ਲੇਕਿਨ ਕਿਸੇ ਦੀ ਦੇਖ ਰੇਖ 'ਚ ਕਰਨਾ ਹੈ ਔਰ ਇਸ ਤੋਂ ਬਚਾਅ ਰੱਖਣਾ ਪੈਂਦਾ ਕਿਉਂਕਿ ਕੈਮੀਕਲ ਰਿਐਕਸ਼ਨ ਹੋਇਆ ਕਰਦੇ ਆ। ਇਹ ਜਿਹੜੇ ਕੈਮੀਕਲ ਰਿਐਕਸ਼ਨ ਹੈ ਇਹ ਮੈਂ ਤੁਹਾਨੂੰ ਦੱਸੂਗਾ ਕਿ ਇਸ ਨੂੰ ਅਸੀਂ ਪਾਣੀ 'ਚ ਪਾਵਾਂਗੇ ਤੇ ਇੱਕ ਕਿਰਿਆ ਸ਼ੁਰੂ ਹੋਊਗੀ, ਕਿਉਂਕਿ ਇਹ ਮੇਰੇ ਹੱਥ ਦੇ ਵਿੱਚ ਕੀ ਹੈ। ਮੇਰੇ ਖਿਆਲ ਤੇ ਜੇ ਆਪਾਂ ਕਰਾਉਣ ਤੋਂ ਬਾਅਦ ਦੱਸੀਏ ਤਾਂ ਜ਼ਿਆਦਾ ਵਧੀਆ ਰਹੂਗਾ। ਬਿਲਕੁਲ ਠੀਕ ਹੈ। ਤਾਂ ਹੁਣ ਇਸ ਨੂੰ ਵੜੈਚ ਸਾਹਿਬ ਆਪਾਂ ਇੱਧਰ ਰੱਖ ਉੱਥੇ ਥੱਲੇ ਰੱਖ ਲਿਆ ਜਾਵੇ। ਹਾਂ ਰਿਐਕਸ਼ਨ ਸ਼ੁਰੂ ਹੋ ਗਿਆ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਉਸ ਰਿਐਕਸ਼ਨ ਦੇ ਵਿੱਚ ਕੀ ਹੋ ਰਿਹਾ ਹੈ। ਹੁਣ ਪਾਣੀ ਦੇ ਉੱਤੇ ਅੱਗ ਲੱਗ ਜਾਣੀ ਹੈ। ਉਹ ਦੇਖੋ ਉਹ ਅੱਗ ਲੱਗੀ ਹੋਈ ਹੈ ਪਾਣੀ ਦੇ ਉੱਤੇ, ਬਗੈਰ ਕਿਸੇ ਤੀਲੀ ਦੇ ਆਪਾਂ ਨੇ ਅੱਗ ਲਾਤੀ ਹੋਈ ਹੈ। ਹੁਣ ਧਮਾਕਾ ਹੋਏਗਾ। ਦੇਖੋ ਇਹ ਕੰਡੀਸ਼ਨਸ ਤੇ ਡਿਪੈਂਡ ਕਰਦਾ ਵੀ ਉਸ ਨੂੰ ਕਿੰਨੀ એનર્ਜੀ ਹੈ ਜਿਹੜੀ ਉਸ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਕਿੰਨੀ એનર્ਜੀ ਹੈ ਜਿਹੜੀ ਬਾਹਰ ਜਾ ਰਹੀ ਹੈ। ਜੇ ਇਹਨੂੰ ਧੁੱਪ 'ਚ ਕੀਤਾ
ਤਾਂ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਅਸੀਂ ਉਸ ਦੇ ਨਾਲ, ਲੇਕਿਨ ਉਹ ਬਾਬੇ ਕੀ ਕਰਦੇ ਆ, ਬਾਬੇ ਕਰਦੇ ਆ ਕਿ ਇਸੇ ਟੁਕੜੇ ਨੂੰ ਨਾਰੀਅਲ ਦੇ ਵਿੱਚ ਲੁਕੋ ਕੇ ਰੱਖ ਦਿੰਦੇ ਆ, ਉਹ ਛੋਟਾ ਕਰਕੇ, ਤੇ ਉਹਦੇ ਤੇ ਜਦੋਂ ਪਾਣੀ ਛਿੜਕਦੇ ਆ ਤਾਂ ਅੱਗ ਲੱਗ ਜਾਂਦੀ ਹੈ, ਤੇ ਨਾਰੀਅਲ ਦੇ ਵਿੱਚ ਵੱਜਿਆ ਹੋਣ ਕਰਕੇ ਤਾਂ ਪਟਾਕਾ ਨਹੀਂ ਪੈਂਦਾ। ਇਹ ਹੈ ਉਹਨਾਂ ਬਾਬਿਆਂ ਦਾ ਰਾਜ਼ ਜਿਹੜੇ ਤੁਹਾਡੇ ਘਰਾਂ 'ਚ ਆ ਕੇ ਕਹਿੰਦੇ ਆ ਜੀ ਦੇਖੋ ਤੁਹਾਡੇ ਘਰੇ ਅੱਗ ਲੱਗ ਰਹੀ ਹੈ, ਭੂਤ ਅੱਗ ਲਾ ਕੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਤੁਹਾਡੇ ਕਈ ਵਾਰੀ ਘਰਾਂ ਦੇ ਵਿੱਚ ਜਿਹੜੀਆਂ ਨੇ ਉਹ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਦੇ ਵਿੱਚ ਗੰਦਗੀ ਆ ਜਾਂਦੀ ਹੈ। ਇਹ ਸਾਰੇ ਕੈਮੀਕਲਸ ਹੈ ਸਾਰੇ, ਜਿਨ੍ਹਾਂ ਦੇ ਨਾਲ ਇਹ ਸਾਰੇ ਪ੍ਰਯੋਗ ਕੀਤੇ ਜਾਂਦੇ ਆ। ਫਿਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਇਸ ਦੀ ਪੜ੍ਹਾਈ ਕਰੋ, ਕਿਉਂਕਿ ਸਾਡਾ ਵਾਅਦਾ ਸੀ ਤੁਹਾਨੂੰ ਦੱਸਾਂਗੇ। ਤਾਂ ਇਹ ਇੱਕ ਦੁਨੀਆ ਦੇ ਵਿੱਚ ਇੱਕ ਸਿਰਫ ਇੱਕ ਐਸੀ ਮੈਟਲ ਹੈ ਜਿਸ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ। ਮੈਟਲ ਹਾਂ, ਹੈ ਇਹ ਮੈਟਲ ਹੈ। ਨਾ ਨਾ ਨਾ, ਇਦਾਂ ਕੋਈ ਪਟਾਕਾ ਨਹੀਂ ਪੈਂਦਾ। ਇਸ ਦੀ ਕਿਰਿਆ ਜਦੋਂ ਹੁੰਦੀ ਹੈ ਹਵਾ ਦੇ ਵਿੱਚ ਵੀ ਹੋ ਸਕਦੀ ਹੈ ਤੇ ਪਾਣੀ ਦੇ ਵਿੱਚ ਵੀ ਹੋ ਸਕਦੀ ਹੈ, ਪਰ ਇਸ ਨੂੰ ਹੁਣ ਅਸੀਂ ਉਹਦੇ ਵਿੱਚ ਡੁਬੋਇਆ ਹੋਇਆ ਕੈਰੋਸਿਨ ਆਇਲ ਦੇ ਵਿੱਚ। ਪਰ ਅੱਛਾ, ਮੈਂ ਉਹੀ ਪੁੱਛਣ ਲੱਗਿਆ ਸੀ ਕਿੱਲਾ ਹੈ, ਇਹਨੂੰ ਅੱਗ ਕਿਉਂ ਨਹੀਂ ਲੱਗ ਰਹੀ? ਯੈਸ, ਇਹ ਪਾਣੀ ਨਹੀਂ ਹੈ ਬੜਾ ਸਾਹਿਬ। ਇਹ ਕੀ ਹੈ ਸਾਡੇ ਕੋਲ, ਇਹ ਮੈਂ ਤੁਹਾਨੂੰ ਦਿਖਾਣਾ ਵੀ ਚਾਹੂੰਗਾ ਕਿ ਇਹ ਸਾਡੇ ਕੋਲ ਇਹ ਸੋਡੀਅਮ ਮੈਟਲ ਹੈ, ਔਰ ਮੈਟਲਸ ਆ ਜਿਹੜੀਆਂ ਉਹ ਸਾਰੀਆਂ ਚਮਕਦੀਆਂ ਹੁੰਦੀਆਂ, ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਸ ਦੀ ਮੈਂ ਚਮਕ ਵੀ ਦਿਖਾਣਾ ਚਾਹੁੰਦਾ ਤੁਹਾਨੂੰ। ਆਹ ਦੇਖੋ। ਅੱਛਾ 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 ਅੱਛਾ, ਹਾਂ ਆ ਦੇਖੋ ਵਿੱਚੋਂ ਚਮਕ ਆਈ ਹੋਈ ਹੈ। ਇਸ ਨੂੰ ਚਾਕੂ ਦੇ ਨਾਲ ਕੱਟਿਆ ਜਾ ਸਕਦਾ। ਦੇਖੋ ਜੀ, ਮੈਟਲ ਦਾ ਨਾਮ ਸੋਡੀਅਮ ਮੈਟਲ ਹੈ, ਔਰ ਸੋਡੀਅਮ ਮੈਟਲ ਹੈ ਜਿਹੜੀ ਇੱਕੋ ਇੱਕ ਧਾਤ ਹੈ ਜਿਹੜੀ ਚਾਕੂ ਦੇ ਨਾਲ ਅਸੀਂ ਕੱਟ ਸਕਦੇ ਹਾਂ। ਲੋਹਾ ਨਹੀਂ ਕੱਟਿਆ ਜਾ ਸਕਦਾ, ਤਾਂਬਾ ਨਹੀਂ ਕੱਟਿਆ, ਹਾਂ ਵੱਡੇ ਵੱਡੇ ਕੱਟਰ ਲੈ ਕੇ ਕਿਤੇ ਉਹਨਾਂ ਨੂੰ ਕੱਟਿਆ ਜਾ ਸਕਦਾ, ਪਰ ਸਹਿਜੇ ਜਿਵੇਂ ਆਪਾਂ ਕੱਟ ਰਹੇ ਹਾਂ, ਹਾਂ ਜਿਸ ਤਰ੍ਹਾਂ ਅਸੀਂ ਆਲੂ ਕੱਟ ਲਏ ਉਸ ਤਰੀਕੇ ਦੇ ਨਾਲ ਨਹੀਂ ਅਸੀਂ ਕੱਟ ਸਕਦੇ ਚਾਕੂ ਦੇ ਨਾਲ, ਇਸ ਕਰਕੇ ਇਹ ਕਿਹਾ ਜਾਂਦਾ। ਤਾਂ ਹੁਣ ਇਹ ਜਿਹੜੀ ਸਾਡੇ ਕੋਲ ਹੈਗੀ ਹੈ ਇਹ ਪੜ੍ਹਾਈ ਹੈ। ਇਹ ਕੀ ਹੈ, ਰਿਐਕਸ਼ਨ ਹੋਇਆ ਸੋਡੀਅਮ ਦਾ। ਜਦੋਂ ਰਿਐਕਸ਼ਨ ਹੁੰਦਾ ਨਾ ਪਾਣੀ ਨਾਲ ਤੇ ਸੋਡੀਅਮ ਹਾਈਡਰੋਕਸਾਈਡ ਬਣਦੀ ਹੈ ਤੇ ਉਹਦੇ ਬਹੁਤ ਸਾਰੀ ਊਰਜਾ ਜਿਹੜੀ ਉਹ ਬਾਹਰ ਆ ਜਾਂਦੀ ਹੈ। ਉਹ ਊਰਜਾ ਜਿਹੜੀ ਬਾਹਰ ਆਈ ਸੀ, ਉਹ ਊਰਜਾ ਦੇ ਕਾਰਨ ਜਿਹੜਾ ਹੋ ਧਮਾਕਾ ਹੋਇਆ ਸੀ, ਉੱਥੇ ਹਾਈਡਰੋਜਨ ਗੈਸ ਪੈਦਾ ਹੋਈ ਸੀ। ਡਾਕਟਰ ਸਾਹਿਬ ਬਾਲ ਖੇਡਣ ਵਾਸਤੇ ਰੱਖੀ ਹੈ। ਖੇਡਾਂ ਸਾਡਾ ਸਾਰੀਆਂ ਖੇਡਾਂ ਹੀ ਹੁੰਦੀਆਂ ਜੀ ਜਿਹੜੀਆਂ ਸਾਇੰਸ ਦੀਆਂ ਖੇਡਾਂ ਹੁੰਦੀਆਂ। ਤਾਂ ਹੁਣ ਤੁਸੀਂ ਦੇਖੋ ਵੀ ਇਹ ਬਾਲ ਹੈ ਜਿਹੜੀ, ਤੇ ਇਹ ਬਾਲ ਸਾਡੇ ਕੋਲ ਹੁੰਦੀ ਹੈ ਜਦੋਂ, ਤਾਂ ਅਸੀਂ ਕਹਿੰਦੇ ਆ ਵੀ ਜਦੋਂ ਬਾਲ ਨੂੰ ਕਿਤੇ ਸਿੱਟਿਆ ਜਾਂਦਾ ਤਾਂ ਕੀ ਹੁੰਦਾ। ਤਾਂ ਵਿਦਿਆਰਥੀ ਅਕਸਰ ਦੇਖਦੇ ਆ ਕਿ ਇਹ ਬਾਲ ਹੈ ਜਿਹੜੀ ਠੱਪੇ ਖਾਣੇ ਸ਼ੁਰੂ ਕਰ ਦਿੰਦੀ, ਤੇ ਪਰ ਇਹ ਠੱਪਾ ਪਹਿਲਾ ਜਿਹੜਾ ਇਹਨੇ ਖਾਧਾ ਉਹ ਜ਼ਿਆਦਾ ਹਾਈਟ ਦਾ ਸੀ, ਦੂਜਾ ਉਸ ਤੋਂ ਘੱਟਦਾ ਸੀ, ਤੀਜਾ ਉਸ ਤੋਂ ਘੱਟਦਾ ਸੀ, ਉਹ ਉਸ ਤੋਂ ਘੱਟਦਾ ਸੀ। ਤੁਸੀਂ ਦੇਖੋ ਤਾਂ ਇਹ ਕਾਰਨ ਕੀ ਹੈ ਇਹਦੇ ਪਿੱਛੇ, ਜਿਹੜਾ ਵਿਦਿਆਰਥੀਆਂ ਨੇ ਲੱਭਣਾ ਹੁੰਦਾ ਕਾਰਨ, ਉਹ ਇਹ ਹੁੰਦਾ ਵੀ ਪਹਿਲੀ ਵਾਰੀ ਜਦੋਂ ਇਹ ਡਿੱਗੀ ਹੈ ਬਾਲ, ਤਾਂ ਉਸ ਨੂੰ ਰਿਐਕਸ਼ਨ ਹੈ ਜਿਹੜਾ ਉਹ ਕਿੰਨਾ ਮਿਲਿਆ ਥੱਲੋਂ। ਇਹ ਡਿਪੈਂਡ ਕਰਦਾ ਸਰਫੇਸ ਤੇ, ਸਰਫੇਸ ਦੇ ਉੱਤੇ ਡਿਪੈਂਡ ਕਰਦਾ। ਜੇ ਹਾਰਡ ਹੈ ਤਾਂ ਉਹ ਜ਼ਿਆਦਾ, ਜੇ ਇਹੀ ਇਹਦੇ ਜਗ੍ਹਾ ਅਸੀਂ ਰੇਤਾ ਰੱਖ ਦਾਂਗੇ ਤਾਂ ਘੱਟ, ਤਾਂ ਬਾਲ ਉੱਪਰ ਵਾਪਸ ਹੀ ਨਹੀਂ ਜਾਊਗੀ, ਕਿਉਂਕਿ ਰੇਤੇ ਦੇ ਵਿੱਚ ਹਵਾ ਹੈ, ਹਵਾ ਨੇ ਇਸ ਨੂੰ ਉਹਦੇ ਵਿੱਚ ਅਬਜ਼ਰਵ ਕਰ ਲੈਣਾ। ਅਬਜ਼ਰਵ। ਤਾਂ ਇਹ ਚੀਜ਼ਾਂ ਜਿਹੜੀਆਂ ਬੱਚਾ ਹੈ ਨਾ, ਸਾਇੰਸ ਪੜ੍ਹਨ ਦੀ ਬਜਾਏ ਸਾਇੰਸ ਨੂੰ ਪ੍ਰੈਕਟੀਕਲ ਕਰਕੇ ਦੇਖੇ। ਤਾਂ ਮੈਂ ਇਹ ਕਹਿਣਾ ਹੁੰਦਾ ਵੀ ਸਾਇੰਸ ਨੂੰ ਪ੍ਰੈਕਟੀਕਲੀ ਕਰਕੇ ਦੇਖਣਾ ਹੀ ਸਾਇੰਸ ਨੂੰ ਪੜ੍ਹਨਾ। ਔਰ ਸਾਇੰਸ ਦੇ ਵਿੱਚ ਜਿਹੜੇ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਹਾਂਜੀ ਜੀ ਜੀ, ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਮਸ਼ੀਨ ਪਈ ਹੋਈ ਹੈ, ਇੱਕ ਇਹ ਮਸ਼ੀਨ ਪਈ ਹੋਈ ਹੈ, ਇੱਕ ਇਹ ਮਸ਼ੀਨ ਪਈ ਹੋਈ ਹੈ, ਦੇਖੋ ਹਾਂਜੀ ਬਿਲਕੁਲ। ਅੱਛਾ, ਇੱਕ ਇਹ ਪਈ ਹੋਈ ਹੈ, ਔਰ ਮੈਂ ਉਹ ਦੇਖ ਰਿਹਾ ਸੀ ਕਿ ਉਹ ਲੱਤਾਂ ਵਾਲੀ ਚੀਜ਼ ਕੀ ਹੈ। ਦੇਖੋ ਇਹ ਇੱਕ ਮੇਰੀ ਵਿਦਿਆਰਥਣ 11ਵੀਂ ਜਮਾਤ 'ਚ ਪੜ੍ਹਦੀ ਹੈ, ਤੇ ਜਦੋਂ ਮੈਂ ਉਹਨਾਂ ਨੂੰ ਅਸਾਈਨਮੈਂਟਸ ਦਿੰਦਾ ਤਾਂ ਉਹ ਬੜੇ ਸੋਹਣੇ ਸੋਹਣੇ ਪ੍ਰੋਜੈਕਟ ਲਿਆ ਕੇ ਦਿੰਦੇ, ਕਿਉਂਕਿ ਮੈਂ ਉਹਨਾਂ ਨੂੰ ਪ੍ਰੈਕਟੀਕਲੀ ਕਰਾਉਣਾ ਹਰ ਚੀਜ਼। ਤਾਂ ਇੱਕ ਵਿਦਿਆਰਥਣ ਹੈ ਜਿਹੜੀ ਉਹ ਇਹ ਚੀਜ਼ ਨੂੰ ਬਣਾ ਕੇ ਲਿਆਈ ਹੈ, ਤੇ ਇਸ ਦੇ ਪਿੱਛੇ ਸਾਇੰਸ ਇੰਨੀ ਜ਼ਿਆਦਾ ਕਵਰ ਹੋ ਗਈ ਹੋਈ ਹੈ ਕਿ ਜਦੋਂ ਅਸੀਂ ਇਸ ਰੋਬੋਟ ਨੂੰ ਘੁਮਾਉਂਦੇ ਹਾਂ ਨਾ ਜੀ, ਤਾਂ ਕੀ ਅਸੀਂ ਘੁਮਾ ਰਹੇ ਹਾਂ? ਨਹੀਂ, ਇਹ ਆਪਣੇ ਆਪ ਹੀ ਘੁੰਮੇਗਾ। ਤੁਸੀਂ ਦੇਖੋ। ਅੱਛਾ, ਤੇ ਇਹ ਰੋਬੋਟ ਹੈ ਜਿਹੜਾ ਚੱਲਣ ਦਾ ਕੰਮ ਕਰ ਰਿਹਾ, ਘੁੰਮਣ ਦਾ ਕੰਮ ਕਰ ਰਿਹਾ। ਤੁਸੀਂ ਕਹੋ ਜੀ ਇਹ ਘੁੰਮਣਾ ਬੰਦ ਨਹੀਂ ਕਰ ਸਕਦਾ? ਬਿਲਕੁਲ ਕਰ ਸਕਦਾ। ਆ ਲਓ ਜੀ, ਇਹਦੀ ਇਹ ਜਿਹੜੀ ਬਾਂਹ ਸੀਗੀ ਅਸੀਂ ਕੱਢਤੀ, ਲਓ ਹੁਣ ਘੁਮਾ ਕੇ ਦਿਖਾਓ। ਇਸ ਚੈਲੰਜ ਨੂੰ, ਇਹ ਚੈਲੰਜ ਵੀ ਹੋ ਸਕਦਾ। ਆ ਦੇਖੋ ਮੋਟਰ ਚੱਲ ਰਹੀ ਹੈ, ਘੱਟ ਹੈ ਹੁਣ ਘੱਟ ਘੁੰਮਦਾ ਕਿਉਂਕਿ ਉਹਦੀ ਵਾਈਬ੍ਰੇਸ਼ਨ ਘੱਟ ਹੈ। ਵਾਈਬ੍ਰੇਸ਼ਨ ਉਨੀ ਹੋ ਹੈ, ਲੇਕਿਨ ਇਸ ਨੇ ਇਸ ਨੂੰ ਜਿਹੜੀ ਮੋਸ਼ਨ ਦਿੱਤੀ ਹੋਈ ਸੀਗੀ ਉਸ ਦੇ ਕਰਕੇ ਉਹ ਗੇੜੇ 'ਚ ਆ ਜਾਂਦਾ ਸੀ। ਗੇੜੇ 'ਚ ਆ ਰਿਹਾ ਸੀ। ਇਹ ਚੀਜ਼ਾਂ ਪੜ੍ਹਾਉਣੀਆਂ ਵਿਦਿਆਰਥੀਆਂ ਦੇ ਲਈ ਮੈਂ ਕਹਿੰਦਾ ਬਹੁਤ ਕਾਰਗਰ ਸਿੱਧ ਹੋ ਸਕਦੀਆਂ। ਤਾਂ ਇਸ ਕਰਕੇ ਡਾਕਟਰ ਸਾਹਿਬ ਹੈ ਤੇ ਤੁਹਾਡੇ ਕੋਲੇ ਬਹੁਤ ਕੁਝ ਹੈ। ਆਹ ਸ਼ੀਸ਼ਾ ਤੁਸੀਂ ਕਿੱਥੋਂ ਲਿਆਂਦਾ ਜੀ? ਇਹ ਸ਼ੀਸ਼ਾ ਕਾਰ ਦੀ ਸਾਈਡ ਵਾਲਾ ਮਿਰਰ ਹੈ, ਤੇ ਵਿਦਿਆਰਥੀਆਂ ਨੂੰ ਇਹ ਦੱਸਣ ਦੇ ਲਈ ਕਿ ਸਾਈਡ ਮਿਰਰ ਦੇ ਵਿੱਚ ਟਰੱਕ ਕਿਵੇਂ ਵੜ ਜਾਂਦਾ, ਪੂਰੇ ਦਾ ਪੂਰਾ ਆ ਜਾਂਦਾ। ਪਿੱਛੇ ਆ ਰਿਹਾ ਟ੍ਰੈਫਿਕ ਹੈ, ਜਿਹੜਾ ਸਾਡਾ ਟਰੱਕ ਹੈ ਉਹ ਕਿਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਸਾਨੂੰ ਨਜ਼ਰ ਆ ਜਾਂਦਾ। ਤਾਂ ਉਸ ਟਰੱਕ ਨੂੰ ਜਿਹੜਾ ਦਿਖਾਣਾ ਹੈ ਕਿ ਇਹ ਇੱਕ ਸਾਡੇ ਕੋਲ ਐਸਾ ਮਿਰਰ ਹੈ ਜਿਹੜਾ ਵੱਡੀਆਂ ਚੀਜ਼ਾਂ ਨੂੰ ਛੋਟਾ ਕਰਕੇ ਦਿਖਾ ਦਿੰਦਾ, ਪਰ ਸਿੱਧਾ ਦਿਖਾਉਂਦਾ।
ਕੁਝ ਐਸੇ ਮਿਰਰ ਹੈ ਜਿਹੜੇ ਸਾਨੂੰ ਚੀਜ਼ਾਂ ਨੂੰ ਛੋਟੇ ਤੋਂ ਵੱਡਾ ਕਰਕੇ ਦਿਖਾਉਂਦੇ ਆ, ਕੁਝ ਐਸੇ ਆ ਜਿਹੜੇ ਵੱਡਿਆਂ ਤੋਂ ਛੋਟਾ ਕਰਕੇ। ਤਾਂ ਇਹ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਦੇ ਲਈ ਪ੍ਰੈਕਟੀਕਲੀ ਇਹਦੀ ਕੀ ਖਾਸੀਅਤ ਹੈ ਡਾਕਟਰ ਸਾਹਿਬ? ਇਹਦੀ ਖਾਸੀਅਤ ਇਹੀ ਹੈ ਜੀ ਵੀ ਇਹ ਪਿਛਲੀਆਂ ਚੀਜ਼ਾਂ ਨੂੰ ਕਵਰ ਕਰ ਲੈਂਦਾ। ਇਸੇ ਤਰ੍ਹਾਂ ਹੀ ਆ ਜਿਹੜਾ ਮੇਕਅਪ ਵਾਲਾ ਸਾਡੇ ਕੋਲ ਹੁੰਦਾ, ਤੁਸੀਂ ਦੇਖੋਗੇ ਕਿ ਇੱਕ ਦੇ ਵਿੱਚ ਤੁਹਾਨੂੰ ਕਨਵੈਕਸ ਮਿਰਰ ਮਿਲੇਗਾ, ਦੂਸਰੇ ਦੇ ਵਿੱਚ ਕਨਕੇਵ। ਦੂਸਰੇ ਦੇ ਵਿੱਚ ਤੁਹਾਨੂੰ ਜਿਵੇਂ ਨੇੜੇ ਲਿਆਓਗੇ ਵੱਡਾ ਦਿਸੇਗਾ, ਤੇ ਇਸ ਦੇ ਵਿੱਚ ਸਾਡੇ ਕੋਲ ਇਹ ਛੋਟਾ ਦਿਸੇਗਾ। ਤਾਂ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਇਹ ਜਿਹੜੇ ਮਿਰਰ ਹੈ ਇਹਨਾਂ ਦੀ ਪਹਿਚਾਣ ਕਰਾਣੀ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਨੂੰ ਪਤਾ ਲੱਗ ਜੇ ਕਿ ਜਿਸ ਦੇ ਵਿੱਚ ਚੀਜ਼ਾਂ ਛੋਟੀਆਂ ਤੇ ਸਿੱਧੀਆਂ ਦਿਸਦੀਆਂ ਉਹ ਸਾਡੇ ਵਾਹੀਕਲਸ ਦੇ ਸਾਈਡ ਤੇ ਲਗਾਏ ਜਾਂਦੇ, ਔਰ ਜਿਨ੍ਹਾਂ ਦੇ ਵਿੱਚ ਚੀਜ਼ਾਂ ਵੱਡੀਆਂ ਦਿਸਦੀਆਂ ਉਹਨਾਂ ਨੂੰ ਹੈਡਲਾਈਟਸ ਦੇ ਵਿੱਚ ਲਗਾਇਆ ਜਾਂਦਾ ਹੈ ਤਾਂ ਕਿ ਹੈਡਲਾਈਟ ਦੇ ਵਿੱਚੋਂ ਜਿਹੜੀ ਲਾਈਟ ਹੈ ਰਿਫਲੈਕਟ ਹੋ ਕੇ ਦੂਰ ਤੱਕ ਚਲੀ ਜਾਵੇ। ਦੇਖੋ ਇਹ ਸਾਇੰਸ ਦੇ ਕਮਾਲ ਨੇ ਸਾਡੇ ਕੋਲ ਸਾਰੇ। ਔਰ ਜੇ ਸਾਡੀ ਜਿਹੜੀ ਸਾਇੰਸ ਹੈ ਨਾ ਜੀ, ਇਹ ਉਹਨੂੰ ਸਮਝਾਉਣ ਦੇ ਲਈ ਅਸੀਂ ਕੀ ਕਰਨਾ ਹੈ, ਕਿਸੇ ਵੀ ਵਿਦਿਆਰਥੀ ਨੂੰ ਜਦੋਂ ਅਸੀਂ ਸਾਇੰਸ ਦੇ ਬਾਰੇ ਗੱਲ ਦੱਸਦੇ ਹਾਂ ਨਾ, ਤਾਂ ਉਸ ਨੂੰ ਘੱਟੋ ਘੱਟ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਇਹ ਸਾਰਾ ਕੰਮ ਕਿਵੇਂ ਕਰਦੀਆਂ। ਦੇਖੋ ਇਸ ਦੇ ਵਿੱਚ ਸਾਡੇ ਕੋਲ ਕੋਈ ਬੈਟਰੀ ਨਹੀਂ ਹੈ, ਕੁਝ ਨਹੀਂ ਹੈ। ਹੁਣ ਇਹ ਹੈਂਡ ਹੈਲਡ ਟਾਰਚ ਹੈ ਸਾਡੀ, ਕਿ ਜਿਵੇਂ ਜਿਵੇਂ ਇਸ ਦੇ ਵਿੱਚ ਮੈਂ ਵਰਕ ਕਰੂੰਗਾ ਤੇ ਇਹ ਲਾਈਟ ਦੇਗੀ, ਔਰ ਇਸ ਨੂੰ ਮੈਂ ਸਟੋਰ ਵੀ ਕਰਕੇ ਰੱਖ ਸਕਦਾ। ਤਾਂ ਇਸ ਦੇ ਪਿੱਛੇ ਕਾਰਨ ਕੀ ਹੈ? ਫਿਰ ਇਸ ਤੋਂ ਪਿੱਛੇ ਅਸੀਂ ਟੱਚ ਕਰਦੇ ਹਾਂ ਵੀ ਡੈਮ ਤੇ ਬਿਜਲੀ ਕਿਵੇਂ ਬਣਦੀ। ਟਾਰਚ ਦੇ ਵਿੱਚ ਬੱਲਬ ਦਾ ਗਲੋ ਕਰਨਾ ਤੇ ਉੱਥੇ ਡੈਮ ਦੇ ਵਿੱਚ ਬਿਜਲੀ ਦਾ ਪੈਦਾ ਹੋਣਾ ਇੱਕੋ ਹੀ ਗੱਲ ਹੈ। ਦੇਖੋ ਕਿੱਡੀ ਵੱਡੀ ਗੱਲ ਸੀਗੀ ਕਿ ਜਦੋਂ ਉਸ ਵਿਗਿਆਨੀ ਨੇ ਇਹ ਦੱਸਿਆ ਕਿ ਜਦੋਂ ਅਸੀਂ ਤਾਂਬੇ ਦੀਆਂ ਤਾਰਾਂ ਦੇ ਵਿੱਚ ਕਿਸੇ ਵੀ ਮੈਗਨੇਟ ਨੂੰ ਘੁਮਾ ਦਈਏ ਜਾਂ ਮੈਗਨੇਟ ਦੇ ਵਿੱਚ ਤਾਂਬੇ ਦੀਆਂ ਤਾਰਾਂ ਨੂੰ ਤੇਜ਼ ਘੁਮਾ ਦਈਏ, ਬਿਜਲੀ ਪੈਦਾ ਹੋ ਜਾਂਦੀ। ਬਸ ਇੰਨਾ ਕੁ ਕਨਸੈਪਟ ਸਮਝਾਉਣ ਦੀ ਲੋੜ ਹੈ ਵਿਦਿਆਰਥੀਆਂ ਨੂੰ ਜੀ। ਤਾਂ ਇਸੇ ਤਰ੍ਹਾਂ ਦੇ ਨਾਲ ਇਹਦੇ ਵਿੱਚ ਡਾਇਨਮੋ ਲਗਾਇਆ ਜਾਂਦਾ, ਉਸ ਡਾਇਨਮੋ ਦੇ ਵਿੱਚ ਇਹ ਜਿਹੜਾ ਹੈਗਾ ਮੂਵਮੈਂਟ ਦੇ ਨਾਲ ਉਹ ਬਿਜਲੀ ਜਿਹੜੀ ਹੈ ਸਾਡੇ ਕੋਲ ਪਹੁੰਚਦੀ ਹੋ ਜਾਂਦੀ। ਡਾਕਟਰ ਸਾਹਿਬ ਇਹ ਕਿ ਇੱਕ ਪਾਸੇ ਤੋਤਾ ਦੇਖੋ, ਇੱਕ ਪਾਸੇ ਤੋਤਾ, ਇੱਕ ਪਾਸੇ ਪਿੰਜਰਾ, ਔਰ ਮੈਨੂੰ ਪਤਾ ਲੱਗਾ ਡਾਕਟਰ ਸਾਹਿਬ ਤੋਤੇ ਨੂੰ ਪਿੰਜਰੇ 'ਚ ਵਾੜ ਦਿੰਦੇ ਆ। ਡਾਕਟਰ ਸਾਹਿਬ ਇਹ ਵਾੜੋ ਕਿਵੇਂ ਵਾੜਦੇ ਹੋ? ਇਹ ਦੇਖੋ ਇਹ ਮੈਂ ਪਹਿਲਾਂ ਤਾਂ ਇਹ ਦੱਸਾਂ ਵੀ ਇਹਦੇ 'ਚ ਮੈਂ ਨਹੀਂ ਕੁਝ ਕੀਤਾ ਹੈ, ਪਰ ਉਹ ਵਿਗਿਆਨੀਆਂ ਨੂੰ ਸਲਾਮ ਹੈ ਜਿਹੜੇ ਦੱਸ ਕੇ ਗਏ ਕਿ ਇਹਦੇ ਵਿੱਚ ਇਹ ਤੋਤਾ ਇੱਕ ਪਾਸੇ ਪਿੰਜਰਾ ਇੱਕ ਪਾਸੇ, ਪਰ ਸਾਡੀ ਅੱਖ ਕਿਵੇਂ ਕਰਦੀ ਹੈ ਕੰਮ ਉਹ ਸਮਝਾਇਆ ਗਿਆ ਇਸ ਪ੍ਰਯੋਗ ਦੇ ਨਾਲ ਵੀ ਅੱਖਾਂ ਕੰਮ ਕਿਵੇਂ ਕਰਦੀਆਂ। ਦੇਖੋ ਇਹ ਪਿੰਜਰਾ ਤੇ ਤੋਤਾ ਹੈ, ਪਰ ਤੁਹਾਨੂੰ ਇਹ ਜੇ ਮੈਂ ਆਹਿਸਤਾ ਜਿਹੜਾ ਰੋਟੇਟ ਕਰਦਾ ਤੁਹਾਨੂੰ ਲੱਗਦਾ ਵੀ ਤੋਤਾ ਜਿਹੜਾ ਹੈ ਉਹ ਪਿੰਜਰੇ ਤੋਂ ਬਾਹਰ ਹੈ, ਪਰ ਜੇ ਮੈਂ ਇਸ ਨੂੰ ਮੋਸ਼ਨ ਜ਼ਿਆਦਾ ਦੇ ਦਿੰਨਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਤੋਤਾ ਪਿੰਜਰੇ ਦੇ ਅੰਦਰ ਨਜ਼ਰ ਆ ਗਿਆ। ਤਾਂ ਹੁਣ ਉਹ ਜਿਹੜਾ ਤੋਤਾ ਪਿੰਜਰੇ ਦੇ ਵਿੱਚ ਦਿਸਦਾ ਤੁਹਾਨੂੰ, ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੀ ਜਿਹੜੀ ਅੱਖ ਹੈ, ਅੱਖ ਦੇ ਵਿੱਚ ਰੈਟਿਨਾ ਹੈ, ਰੈਟਿਨਾ ਦੇ ਉੱਤੇ ਜਿਹੜਾ ਇਮੇਜ ਬਣਦਾ ਹੈ ਤੇ ਉਹ ਰੈਟਿਨਾ ਦੇ ਉੱਤੇ ਜਿਹੜਾ ਇਮੇਜ ਬਣਦਾ ਹੈ ਉਹ 1/16 ਆਫ ਅ ਸੈਕਿੰਡ, 1/16ਵੇਂ ਹਿੱਸੇ ਤੱਕ, ਸਕਿੰਟ ਦੇ 1/16ਵੇਂ ਹਿੱਸੇ ਤੱਕ ਪਰਸਿਸਟ ਕਰਦਾ ਹੈ, ਇਹ ਰਹਿੰਦਾ ਉੱਥੇ। ਜੇ ਉਨੇ ਸਮੇਂ ਦੇ ਵਿੱਚ ਇੱਕ ਹੋਰ ਇਮੇਜ ਉਹਦੇ ਉੱਤੇ ਆ ਜੇ, ਓਵਰਲੈਪਿੰਗ ਹੋ ਜਾਂਦੀ ਹੈ, ਮਿਕਸਿੰਗ ਹੋ ਜਾਂਦੀ ਹੈ। ਦਿਸ ਇਜ਼ ਓਵਰਲੈਪਿੰਗ। ਸੋ ਤੋਤਾ ਪਿੰਜਰੇ ਦੇ ਅੰਦਰ ਮਹਿਸੂਸ ਹੁੰਦਾ ਪਰ ਹੈ ਨਹੀਂ ਹੈ। ਤਾਂ ਇਹਨਾਂ ਚੀਜ਼ਾਂ ਨੂੰ ਇਲੂਜ਼ਨ ਵੀ ਕਿਹਾ ਜਾਂਦਾ, ਭੁਲੇਖੇ ਵੀ ਕਿਹਾ ਜਾਂਦਾ। ਲੇਕਿਨ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਤੋਤਾ ਪਿੰਜਰੇ ਦੇ ਵਿੱਚ ਆ ਗਿਆ, ਇਸ ਦਾ ਨਾਮ ਵਿਗਿਆਨੀਆਂ ਨੇ ਰੱਖਿਆ ਪਰਸਿਸਟੈਂਸ ਆਫ ਵਿਜ਼ਨ, ਕਿ ਸਾਡੇ ਜਿਹੜੇ ਇਮੇਜ ਬਣਿਆ ਉਹ ਕਿੰਨੀ ਦੇਰ ਤੱਕ ਪਰਸਿਸਟ ਕਰਦਾ। ਤੇ ਬੱਚਿਆਂ ਨੂੰ ਜੇ ਵੈਸਾ ਮੇਰੇ ਖਿਆਲ ਤੇ ਛੋਟੀਆਂ ਚੀਜ਼ਾਂ ਇਸ ਤਰ੍ਹਾਂ ਦੇ ਨਾਲ ਯਾਦ ਰਹਿ ਜਾਣ ਤਾਂ ਸਾਇੰਸ ਔਖੀ ਲੱਗੂਗੀ ਕਿਤੇ? ਨਹੀਂ ਲੱਗੇਗੀ। ਤੁਸੀਂ ਆਹ ਦੇਖੋ, ਹੁਣ ਇੱਕ ਇਹ ਵੀ ਟੋਏ ਹੈ ਸਾਡੇ ਕੋਲ। ਹੁਣ ਇਸ ਟੋਏ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਟੋਏ ਦੇ ਵਿੱਚ ਤਾਂ ਕੋਈ ਜਿੰਦ ਜਾਨ ਹੀ ਨਹੀਂ ਹੈ, ਲੇਕਿਨ ਇਹ ਕੰਮ ਕਰਦਾ। ਹਾਂ ਤੁਸੀਂ ਕਹੋ ਜੀ ਇਹਦੇ ਕਿਹੜਾ ਤੁਸੀਂ ਸਵਿਚ ਲਾਇਆ ਜਿੱਥੋਂ ਔਨ ਆਫ ਕਰੀ ਜਾਂਦੇ ਹੋ? ਨਾ, ਇਹ ਮੇਰਾ ਸਿਰਫ ਤੇ ਸਿਰਫ ਇੱਥੋਂ ਉਂਗਲੀ ਤੇ ਅੰਗੂਠੇ ਦਾ ਕਮਾਲ ਹੈ। ਮੈਂ ਉਂਗਲੀ ਦੇ ਅੰਗੂਠੇ ਨੂੰ ਘੁਮਾਉਣਾ, ਤੁਸੀਂ ਘੁਮਾ ਕੇ ਦੇਖੋ ਬੜਾ ਸਭ। ਵੈਸੇ ਸਾਡੇ ਜਿਹੜੇ ਲੀਡਰ ਹੈ ਨਾ ਉਹ ਵੀ ਉਂਗਲੀ ਤੇ ਘੁਮਾਉਂਦੇ ਆ ਸਾਨੂੰ। ਨਹੀਂ ਉਹ ਨਹੀਂ ਘੁਮਾਉਂਦੇ, ਅਸੀਂ ਘੁੰਮਦੇ ਆ, ਮੈਨੂੰ ਲੱਗਦਾ। ਕਿਆ ਬਾਤ। ਅਸੀਂ ਵੀ ਇੰਝ ਹੀ ਘੁੰਮਦੇ ਆ ਸਾਡੇ ਲੀਡਰਾਂ ਕੋਲੇ, ਉਹ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਕਿੱਥੋਂ ਘੁਮਾਉਂਦੇ ਨੇ। ਕਿਆ ਬਾਤ ਹੈ, ਵਾਹ। ਇਹ ਕੀ ਹੈ ਫਾਰਮੂਲਾ ਜੀ? ਇਹਦੇ 'ਚ ਇਹ ਹੈ ਜੀ, ਦੇਖੋ ਸਾਡੇ ਸਰੀਰ ਦੇ ਵਿੱਚ ਜਿਹੜੀ એનર્ਜੀ ਹੈ ਨਾ, ਦੈਟ ਇਜ਼ ਕਾਲਡ ਮਸਕੂਲਰ એનર્ਜੀ। ਤਾਂ ਉਹ ਮਸਕੂਲਰ એનર્ਜੀ ਹੈ ਜਿਹੜੀ ਮੈਂ ਇਸ ਨੂੰ ਦਿੰਨਾ, ਆਪਣੇ ਮਸਲ ਦੀ એનર્ਜੀ ਇਸ ਨੂੰ ਦਿੰਨਾ, ਤੇ ਜਦੋਂ ਮਸਲ ਦੀ એનર્ਜੀ ਇਸ ਦੇ ਵਿੱਚ ਜਾਂਦੀ ਹੈ ਤਾਂ ਉਸ ਦੇ ਵਿੱਚ ਮੋਸ਼ਨ ਪੈਦਾ ਕਰ ਦਿੰਦੀ। ਵਾਹ। ਤਾਂ ਉਹ ਇਸ ਨੂੰ ਕਿਹਾ ਜਾਂਦਾ ਹੈ ਕਿ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ। એનર્ਜੀ ਕੈਨ ਨੀਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ, ਬਟ ਇਟ ਕੈਨ ਬੀ ਟਰਾਂਸਫਾਰਮਡ ਫਰਮ ਵਨ ਫਾਰਮ ਟੂ ਦਾ ਅਦਰ ਫਾਰਮ। ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਅਸੀਂ ਅੱਜ ਕੀਤੀਆਂ ਹੈਗੀਆਂ ਚੀਜ਼ਾਂ ਬੱਚਿਆਂ ਨੂੰ ਸਿਖਾਉਣ ਦੇ ਲਈ। ਹੁਣ ਇੱਕ ਟੋਏ ਪਿਆ ਸਾਡੇ ਕੋਲ, ਹੁਣ ਇਸ ਦੇ ਵਿੱਚ ਆ ਇੱਕ ਬੁਲਟ ਅਸੀਂ ਪਾ ਲੈਂਦੇ ਹਾਂ। ਹੁਣ ਇਸ ਬੁਲਟ ਨੂੰ ਪਾ ਕੇ ਜਦੋਂ ਇਸ ਨੂੰ ਅਸੀਂ ਇਸ ਤਰ੍ਹਾਂ ਕਰਦੇ ਹਾਂ, ਟ੍ਰਿਗਰ ਨੂੰ ਦੱਬਦੇ ਨਹੀਂ ਚੱਲਦਾ,
ਕਿਉਂਕਿ ਇਸ ਦੇ ਵਿੱਚ ਊਰਜਾ ਦੇਵਾਂਗੇ ਤਾਂ ਹੀ ਹੈ ਨਾ। ਹੁਣ ਊਰਜਾ ਜਿਹੜੀ ਹੈ ਉਹ ਇਸ ਦਾ ਇੱਕ ਸਿਸਟਮ ਬਣਿਆ ਵੀ ਇਹ ਭਰਤੀ ਹੁਣ ਸਪਰਿੰਗ ਨੂੰ ਖਿੱਚਦਾ, ਬਸ ਇਹਦੇ ਵਿੱਚ ਸਪਰਿੰਗ ਹੈ ਇੱਕ, ਬੱਚੇ ਨੂੰ ਖੋਲ ਕੇ ਦਿਖਾਣਾ ਵੀ ਇਹ ਕਿਵੇਂ ਕੰਮ ਕਰਦਾ ਹੈ। ਇੱਕ ਸਪਰਿੰਗ ਹੈ, ਉਸ ਨੂੰ ਅਸੀਂ ਖਿੱਚ ਲਿਆ ਹੋਇਆ। ਹੁਣ ਜਦੋਂ ਇਸ ਨੂੰ ਅਸੀਂ ਖਿੱਚ ਲਿਆ ਹੋਇਆ ਹੈ ਤਾਂ ਹੁਣ ਜਦੋਂ ਅਸੀਂ ਇਸ ਨੂੰ ਅੱਗੇ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚੋਂ ਜਿਹੜੀ ਬੁਲਟ ਹੈ ਉਹ ਕਿਵੇਂ ਨਿਕਲ ਕੇ ਅੱਗੇ ਜਾਂਦੀ ਹੈ। ਇਹ ਦੱਸਣਾ ਵੀ ਇਹ ਜਿਹੜੀ ਪੋਟੈਂਸ਼ੀਅਲ એનર્ਜੀ ਸਪਰਿੰਗ 'ਚ ਸਟੋਰ ਹੋਈ ਸੀ ਉਹ ਕਿਵੇਂ ਦੇ ਕਾਈਨੈਟਿਕ એનર્ਜੀ 'ਚ ਟ੍ਰਾਂਸਫਰ ਹੋ ਗਈ। ਜਦੋਂ ਤੁਸੀਂ ਸਪਰਿੰਗ ਨੂੰ ਖਿੱਚਿਆ ਉਹ ਪੋਟੈਂਸ਼ੀਅਲ ਬਣ ਗਈ, ਤੁਸੀਂ ਆਪਣੀ એનર્ਜੀ ਉਹਦੇ ਵਿੱਚ ਸਟੋਰ ਕਰ ਦਿੱਤੀ ਸਪਰਿੰਗ ਦੇ ਵਿੱਚ। ਯੈਸ, ਔਰ ਜਦੋਂ ਤੁਸੀਂ ਉਹਨੂੰ ਦੁਬਾਰੇ ਪ੍ਰੈਸ ਕੀਤਾ ਤੇ ਟ੍ਰਿਗਰ ਨੂੰ, ਉਹ એનર્ਜੀ ਨੇ ਉਹਨੂੰ ਪੋਟੈਂਸ਼ੀਅਲ ਨੂੰ ਕਾਈਨੈਟਿਕ 'ਚ ਟ੍ਰਾਂਸਫਰ ਕਰਤਾ। ਤਾਂ ਇਹਦਾ ਮਤਲਬ એનર્ਜੀ ਹੈ ਜਿਹੜੀ ਟ੍ਰਾਂਸਫਰ ਕੀਤੀ ਜਾ ਸਕਦੀ ਹੈ, ਇਸ ਨੂੰ ਖਤਮ ਜਾਂ ਪੈਦਾ ਨਹੀਂ ਕੀਤਾ ਜਾ ਸਕਦਾ। ਤੇ ਇੰਨੇ ਸੌਖੇ ਫਾਰਮੂਲਿਆਂ ਦੇ ਨਾਲ ਤੁਸੀਂ ਵਿਗਿਆਨ ਨੂੰ ਸਿੱਖੋ, ਸਮਝੋ, ਤਾਂ ਇਹਦੇ ਨਾਲ ਤੁਹਾਨੂੰ ਬਹੁਤ ਸਾਰੀ ਕਾਮਯਾਬੀ ਵੀ ਹਾਸਲ ਹੋਊਗੀ ਔਰ ਤੁਸੀਂ ਇਸ ਦਾ ਵੱਧ ਤੋਂ ਵੱਧ ਜ਼ਿੰਦਗੀ ਦੇ ਵਿੱਚ ਜਿੱਥੇ ਲੁਤਫ ਉਠਾਓਗੇ, ਇਸ ਦੀਆਂ ਐਪਲੀਕੇਸ਼ਨਸ ਬਣਾ ਕੇ ਤੁਸੀਂ ਇਸ ਨੂੰ ਜਿੰਨਾ ਮਰਜ਼ੀ ਅੱਗੇ ਵਧਾ ਸਕਦੇ ਹੋ। ਜੀ ਵੈਸੇ ਬਹੁਤ ਕੁਝ ਪਿਆ ਹੋਇਆ ਤੁਹਾਡੇ ਕੋਲੇ, ਦਿਲ ਤੇ ਕਰਦਾ ਸਾਰਾ ਕੁਝ ਵੇਖ ਲਈਏ, ਪਰ ਤੁਹਾਨੂੰ ਫਿਰ ਡਾਕਟਰ ਸਾਹਿਬ ਨਾਲ ਬਹੁਤ ਕੁਝ ਇਹਨਾਂ ਕੋਲੇ ਹਾਲੇ ਬੜਾ ਬਹੁਤ ਕੁਝ। ਅਗਲੇ ਕਿਸੇ ਐਪੀਸੋਡ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੋ, D5 ਪੰਜਾਬੀ ਵੇਖਦੇ ਰਹੋ। ਅਸੀਂ ਤੁਹਾਨੂੰ ਇਸੇ ਤਰ੍ਹਾਂ ਦਸਤਕ ਪ੍ਰੋਗਰਾਮ ਦੇ ਵਿੱਚ ਵਧੀਆ ਚੀਜ਼ਾਂ ਵਿਖਾਵਾਂਗੇ। ਡਾਕਟਰ ਸਾਹਿਬ ਦੀਆਂ ਹੋਰ ਵੀ ਬਹੁਤ ਸਾਰੀਆਂ ਇਵੈਂਟਸ ਨੇ, ਉਹ ਵੀ ਤੁਹਾਡੇ ਕੋਲ ਲੈ ਕੇ ਆਵਾਂਗੇ। ਤਾਂ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਕਿ ਸਾਡੇ ਤੁਸੀਂ ਦਰਸ਼ਕਾਂ ਨੂੰ ਬਹੁਤ ਵਧੀਆ ਗੱਲਾਂ ਜਿਹੜੀਆਂ ਦੱਸੀਆਂ ਨੇ। ਔਰ ਮੈਨੂੰ ਆਸ ਹੈ ਕਿ ਡਾਕਟਰ ਸਾਹਿਬ ਨੇ ਜਿਵੇਂ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਜਦੋਂ ਤੁਸੀਂ ਕੋਈ ਖਿਡੌਣਾ ਲਿਆ ਕੇ ਦਿੰਦੇ ਹੋ ਨਾ, ਜੇ ਉਹ ਬੱਚਾ ਲਿਆ ਕੇ ਤੋੜਦਾ, ਖੋਲ੍ਹਦਾ, ਵੇਖਦਾ ਤੇ ਉਹਨੂੰ ਕਦੇ ਨਾ ਰੋਕੋ, ਕਿਉਂਕਿ ਜੇ ਤੁਸੀਂ ਆਪਣੇ ਬੱਚੇ ਨੂੰ ਖਿਡੌਣਾ ਤੋੜਨ ਤੋਂ ਖੋਲ੍ਹਣ ਤੋਂ ਰੋਕੋਗੇ ਤਾਂ ਤੁਸੀਂ ਇੱਕ ਨਿਊਟਨ ਹੋ ਸਕਦਾ ਹੈ ਗਵਾ ਬੈਠੋਗੇ। ਸੋ ਇਸ ਆਸ ਦੇ ਨਾਲ ਕਿ ਸਾਡੇ ਬੱਚੇ ਵਿਗਿਆਨ ਦੇ ਨਾਲ ਡਾਕਟਰ ਸਾਹਿਬ ਤੋਂ ਸਿੱਖੀਆਂ ਹੋਈਆਂ ਗੱਲਾਂ ਨੂੰ ਲੈ ਕੇ ਨਵੇਂ ਵਿਗਿਆਨੀ ਬਣਨਗੇ, ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ। D5 ਚੈਨਲ ਦਾ ਧੰਨਵਾਦ।